ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ, ਮਾਨਸ ਕੀ ਗਤ ਇਹੀ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਦਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਖਹੁ ਸਰਨਾਈ। ਤੁਮ ਕਰਹੁ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ। ਕਰਹੁ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵਹੁ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਆਪਣਾ ਨਾਮ ਜਪਾਵਹੁ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਝੂਠਾ ਸਰਬ ਥਾਈ ਮੇਵੋ, ਆਨੰਦ ਮੰਗਲ ਗਾਓ ਹਰ ਜਸ। ਪੂਰਨ ਪ੍ਰਗਟਿਓ ਮੇਵੋ, ਝੂਠਾ ਸਰਬ ਥਾਈ ਮੇਵੋ। ਆਨੰਦ ਮੰਗਲ ਗਾਓ ਹਰ ਜਸ। ਪੂਰਨ ਪ੍ਰਗਟਿਓ ਮੇਵੋ। ਰਹਾਉ ਚਾਰ
ਚਾਰ ਕੁੰਟ ਤਹ ਦਿਸ ਜਨ ਨਿਤ ਓਨ ਥਾਉ ਨਾ ਕੇਹੋ ਕਿਰਪਾ ਨਿਤ ਗੋਬਿੰਦ ਪੂਰਨਾ ਜੀ ਦਾਨ ਸਭ ਦੇਵੋ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇ ਹੋ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਭਰਮੇ ਹੋ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇ ਹੋ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਭਰਮੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ ਉਪਰੰਤ ਆਸਾ ਦੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗਰਮੀ ਦੀ ਰੁੱਤ ਹੈ, ਕਿੰਨਾ ਸਮਾਂ ਹੋ ਗਿਆ ਹੈ ਵਰਖਾ ਹੋਈ ਨੂੰ, ਆਪ ਕਿਰਪਾ ਕਰੋ ਐਸਾ ਸ਼ਬਦ ਉਚਾਰਨ ਕਰੋ, ਉਸ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕਰੋ। ਜੀਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੋ ਤਪਸ਼ ਪੈ ਰਹੀ ਹੈ, ਜੋ ਗਰਮੀ ਦੇ ਕਾਰਨ ਬਾਰ-ਬਾਰ ਤਪ ਰਹੇ ਹਨ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਤਪਸ਼ ਮਿਟ ਜਾਵੇ। ਪਾਣੀ ਤੋਂ ਬਿਨਾਂ ਕੋਈ ਜੀਵਾਂ ਦੀ ਮੌਤ ਵੀ ਹੁੰਦੀ ਜਾ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਸੰਗਤਾਂ ਦੀ ਬੇਨਤੀ ਸੁਣ ਕੇ ਸ਼ਬਦ ਉਚਾਰਨ ਕੀਤਾ। ਜਦੋਂ ਬਹੁਤ ਸਾਰੀ ਵਰਖਾ ਹੋਈ ਤੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਅੰਤਰੀ ਭਾਵ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘਨ ਗਰਜਤ ਗੋਬਿੰਦ ਰੂਪ ਐਸਾ ਇਹ ਦ੍ਰਿਸ਼ਟਾਂਤ ਦੇ ਕਰਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਜਿਵੇਂ ਬੱਦਲ ਆਕਾਸ਼ ਦੇ ਵੀ ਜਦੋਂ ਆਉਂਦੇ ਨੇ ਸਭ ਥਾਵਾਂ ਤੇ ਵਰਖਾ ਹੁੰਦੀ ਹੈ। ਬੱਦਲ ਕਿਸੇ ਦੇ ਬੰਨੇ ਹੋਏ ਹੁੰਦੇ ਨਹੀਂ ਹੈ ਕਿ ਸਾਡੀ ਹੱਦ ਬੰਨੇ ਵਿੱਚ ਹੀ ਉਹਨਾਂ ਨੇ ਮੀਂਹ ਪਾਉਣਾ ਹੈ, ਵਰਖਾ ਕਰਨਗੇ। ਜੋ ਸਾਡੇ ਨਾਲ ਦੇ ਕੋਈ ਗੁਆਂਢੀ ਜਾਂ ਸਾਡੇ ਦੁਸ਼ਮਣ ਹਨ, ਉੱਥੇ ਬੱਦਲਾ ਵਰਖਾ ਨਹੀਂ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਸਭ ਦੇ ਸਾਂਝੇ ਹਨ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਦਲ ਰੂਪ ਹੋ ਕਰਕੇ ਉਪਦੇਸ਼ ਰੂਪੀ ਵਰਖਾ ਕਰਦੇ ਨੇ। ਕੋਈ ਵੀ ਮਾਈ ਭਾਈ ਸਿੱਖ ਸੇਵਕ ਕਿਸੇ ਵੀ ਮਜ਼ਹਬ ਦਾ ਉਪਦੇਸ਼ ਧਾਰਨ ਕਰ ਸਕਦਾ ਹੈ, ਇਹ ਲਾਭ ਲੈ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਸਤ ਸੰਗਤ ਪਿਆਰ ਸਤਿਕਾਰ ਨਾਲ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ
ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਬੂਠਾ ਸਰਬ ਥਾਈ ਮੇਰੋ। ਸਾਰੰਗ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1226 ਅੰਗ ਦੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਦ੍ਰਿੜ ਕਰਕੇ ਸਰਬ ਥਾਈ ਸਭ ਥਾਵਾਂ ਤੇ ਮੇਹ ਭਾਵ ਕੇ ਵਰਖਾ ਰੂਪ ਹੋ ਕਰਕੇ ਵਰਤਣਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸੰਗਤ ਦੇ ਜਗਤ ਦੇ ਜੀਵ ਜੰਤੂਆਂ ਦੀ ਅਰਦਾਸ ਬੇਨਤੀ ਨੂੰ ਸੁਣ ਕੇ ਤਪਸ਼ ਨੂੰ ਮਿਟਾਉਣ ਦੇ ਵਾਸਤੇ ਪਰਮਾਤਮਾ ਨੇ ਵਰਖਾ ਕੀਤੀ ਹੈ। ਇਵੇਂ ਹੀ ਹਜ਼ੂਰ ਨੇ ਅੰਤਰੀਵ ਭਾਵ ਵਿੱਚ ਫਰਮਾਨ ਕੀਤਾ, ਬੂਠਾ ਸਰਬ ਥਾਈ ਮੇਹੋ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਸਭ ਕੋਨਿਆਂ ਕੋਨਿਆਂ ਤੇ ਸ੍ਰਿਸ਼ਟੀ ਦਾ ਕੋਈ ਵੀ ਥਾਂ ਨਹੀਂ ਛੱਡਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਦਲ ਰੂਪ ਹੋ ਕਰਕੇ ਸਭ ਥਾਵਾਂ ਦੇ ਉਪਦੇਸ਼ ਰੂਪੀ ਵਰਖਾ ਕੀਤੀ ਹੈ। ਕਿਉਂਕਿ ਜਿਸ ਸਮੇਂ ਅਤਿਆਚਾਰ ਰੂਪੀ ਤਪਸ਼ ਪੈ ਰਹੀ ਸੀ, ਜਗਤ ਦੇ ਜੀਵ ਜਿਸ ਵਿੱਚ ਬਾਰ-ਬਾਰ ਸੜ ਰਹੇ ਸਨ, ਭੁੱਜ ਰਹੇ ਸਨ, ਜ਼ਿੰਦਗੀਆਂ ਬਰਬਾਦ ਹੋ ਰਹੀਆਂ ਸਨ, ਅਮੋਲਕ ਪਰਮਾਤਮਾ ਵੱਲੋਂ ਮਿਲੇ ਹੋਏ ਮਨੁੱਖਾ ਜੀਵਨ ਅਜਾਈ ਹੀ ਜਾ ਰਹੇ ਸਨ। ਐਸੇ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰਵਨ ਸਰੂਪ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜ਼ੂਰ ਨੇ ਮਨੁੱਖਾ ਜਾਮੇ ਵਿੱਚ ਅਵਤਾਰ ਧਾਰਨ ਕਰਕੇ ਬਦਲ ਰੂਪ ਹੋ ਕਰਕੇ ਸੰਸਾਰ ਦੇ ਸਭ ਥਾਵਾਂ ਤੇ ਉਪਦੇਸ਼ ਰੂਪੀ ਵਰਖਾ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਏਉਂ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬੂਠਾ ਸਰਬ ਥਾਈ ਮੇਹੋ, ਸਭ ਥਾਵਾਂ ਤੇ ਵਰਖਾ ਕੀਤੀ ਹੈ। ਆਨੰਦ ਮੰਗਲ ਕਾਉ ਹਰ ਜਾਸਾ। ਇਸ ਲਈ ਜੋ ਆਨੰਦ ਦੇ ਸਹਿਤ ਪਰਮਾਤਮਾ ਦਾ ਸਰੂਪ ਹੈ, ਇੱਕ ਰਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰੋ। ਪੂਰਨ ਪ੍ਰਗਟਿਓ ਨੇ ਹੋ। ਉਸ ਵਾਹਿਗੁਰੂ ਪਰਿਪੂਰਨ ਪਰਮਾਤਮਾ ਦਾ ਜਸ ਗਾਉਣੇ ਕਰਕੇ ਫਿਰ ਹਿਰਦੇ ਵਿੱਚ ਪਿਆਰ ਪੈਦਾ ਹੁੰਦਾ ਹੈ। ਹਿਰਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ। ਜਿਸ ਪ੍ਰੇਮ ਦੁਆਰਾ ਉਸ ਪਿਆਰੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਅਸੀਂ ਬਚਨ ਪੜ੍ਹਦੇ ਹਾਂ, ਸਾਚ ਕਹਾਉ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪਣੇ ਹਿਰਦੇ ਅੰਦਰ ਪ੍ਰੇਮ ਧਾਰਨ ਕੀਤਾ ਪਰਮੇਸ਼ਰ ਦੇ ਚਰਨਾਂ ਦਾ, ਉਹਨਾਂ ਨੇ ਹੀ ਉਸ ਪਿਆਰੇ ਪਰਮਾਤਮਾ ਨੂੰ ਪਾਇਆ ਹੈ। ਇਹ ਪ੍ਰੇਮ ਪੈਦਾ ਹੁੰਦਾ ਹੈ ਗੁਰੂ ਕੀ ਸੰਗਤ ਵਿੱਚ ਬੈਠ ਕੇ, ਭਾਵਨਾ ਦੇ ਨਾਲ ਜਦ ਸਰਵਣ ਕਰਨੇ ਕਰਕੇ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ। ਭਾਵ ਦਾ ਅਰਥ ਹੁੰਦਾ ਹੈ ਪ੍ਰੇਮ। ਪਰਮੇਸ਼ਰ ਦਾ ਪਿਆਰ ਉਨੀ ਦੇਰ ਤੱਕ ਹਿਰਦੇ ਵਿੱਚ ਪੈਦਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਸਾਧ ਸੰਗਤ ਨਾ ਕੀਤੀ ਜਾਵੇ। ਤੇ ਨਾਲ ਹੀ ਹਜ਼ੂਰ ਨੇ ਬਚਨ ਕੀਤਾ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਹੇ ਪ੍ਰਮਾਤਮਾ, ਤੇਰੀ ਸੱਚੀ ਸੰਗਤ ਵਿੱਚ ਬੈਠਣ ਤੋਂ ਬਿਨਾਂ, ਹਰ ਜਾ ਸਰਵਣ ਕੀਤੇ ਤੋਂ ਬਿਨਾਂ ਮਹਾਰਾਜ ਤੁਹਾਡਾ ਪਿਆਰ ਨਹੀਂ ਹਿਰਦੇ ਵਿੱਚ ਪੈਦਾ ਹੋ ਸਕਦਾ। ਜੇ ਪਿਆਰ ਨਹੀਂ ਪੈਦਾ ਹੋ ਸਕਦਾ ਤੇ ਸੱਚੇ ਭਾਵ ਤੋਂ ਬਿਨਾਂ ਮਹਾਰਾਜ ਤੁਹਾਡੀ ਭਗਤੀ ਵੀ ਕਰਨੀ ਜਿਹੜੀ ਹੈ ਨਾ, ਇਹ ਨਿਸਫਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਸ ਵਾਹਿਗੁਰੂ ਪਰਮਾਤਮਾ ਦਾ ਨੇਹੋ ਪਿਆਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ।
ਜੇ ਪ੍ਰਮਾਤਮਾ ਨੂੰ ਇੱਕ ਮਨਚਿਤ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਜਾਵੇ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਚਾਰ ਕੁੰਟ ਦਹਿ ਦਿਸ ਜਲ ਨਿਤ। ਚੌਹਾਂ ਦਿਸ਼ਾਵਾਂ ਦੇ ਵਿੱਚ ਔਰ ਸੰਸਾਰ ਦੇ ਅੰਦਰ ਚੌਹਾਂ ਕੁੰਟਾਂ ਵਿੱਚ, ਦਸਾਂ ਦਿਸ਼ਾਵਾਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਜੋ ਹੈ ਊਨ ਥਾਉ ਨ ਕੇਹੋ। ਸਭ ਥਾਵਾਂ ਤੇ ਪਰਿਪੂਰਵਕ ਹੋ ਰਿਹਾ ਹੈ। ਕੋਈ ਵੀ ਐਸੀ ਸੰਸਾਰ ਦੀ ਥਾਂ ਨਹੀਂ ਜਿੱਥੇ ਪ੍ਰਮਾਤਮਾ ਦੀ ਊਣਤਾ ਹੋਵੇ, ਭਾਵ ਜਿੱਥੇ ਰੱਬ ਦੀ ਜੋਤ ਨਾ ਹੋਵੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜਿੱਥੇ ਨਾ ਵਿਆਪਕ ਹੋਵੇ, ਕੋਈ ਵੀ ਐਸਾ ਸੰਸਾਰ ਦਾ ਕੋਨਾ ਨਹੀਂ ਹੈ। ਦਸਾਂ ਦਿਸ਼ਾਵਾਂ ਦੇ ਵਿੱਚ ਚੌਹਾਂ ਸੰਸਾਰ ਦੇ ਪੂਰਬ ਪੱਛਮ ਉੱਤਰ ਦੱਖਣ ਚੌਹਾਂ ਪਾਸਿਆਂ ਦੇ ਵਿੱਚ ਹਜ਼ੂਰ ਕਹਿੰਦੇ ਹਨ ਸਭ ਥਾਵਾਂ ਤੇ ਸੰਸਾਰ ਦੇ ਮਹੀ ਧਰਤੀ ਦੇ ਅਲ ਆਕਾਸ਼ ਜਲਾਂ ਥਲਾਂ ਦੇ ਵਿੱਚ ਜੋ ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਪ੍ਰਮਾਤਮਾ ਦਾ ਸਰੂਪ ਵਰਤ ਰਿਹਾ ਹੈ। ਊਨ ਕਿਸੇ ਤਰ੍ਹਾਂ ਕਰਕੇ ਵੀ ਪ੍ਰਮਾਤਮਾ ਦੀ ਊਣਤਾ ਨਹੀਂ ਹੈ। ਚਾਹੇ ਕੋਈ ਸੰਸਾਰ ਦੇ ਅੰਦਰ ਰਜੋਗੁਣੀ ਸੁਭਾਅ ਦਾ ਹੈ, ਚਾਹੇ ਕੋਈ ਤਮੋਗੁਣੀ ਸੁਭਾਅ ਦਾ ਹੈ, ਚਾਹੇ ਕੋਈ ਸਤੋਗੁਣੀ ਸੁਭਾਅ ਵਾਲਾ ਜੀਵ ਹੈ, ਭਾਵ ਚਾਹੇ ਕੋਈ ਕਾਮੀ, ਕ੍ਰੋਧੀ, ਲੋਭੀ, ਮੋਹੀ, ਹੰਕਾਰੀ, ਕਿਸੇ ਤਰ੍ਹਾਂ ਵੀ ਸੰਸਾਰ ਦੇ ਅੰਦਰ ਵਿਕਾਰੀ ਭਾਵੇਂ ਜੀਵ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਜੀਵ ਦੇ ਅੰਦਰ ਪ੍ਰਮਾਤਮਾ ਦੀ ਹੀ ਜੋਤ ਵਰਤ ਰਹੀ ਹੈ। ਊਣ ਨਹੀਂ, ਕਿਸੇ ਤਰ੍ਹਾਂ ਕਰਕੇ ਵੀ ਪ੍ਰਮਾਤਮਾ ਦੀ ਊਣਤਾ ਨਹੀਂ ਹੈ। ਕਿਰਪਾ ਨਿਤ ਗੋਬਿੰਦ ਪੂਰਨ। ਜੋ ਅਕਾਲ ਪੁਰਖ ਵਾਹਿਗੁਰੂ ਕਿਰਪਾ ਦੇ ਕਰਨ ਵਾਲਾ ਹੈ, ਗੋਬਿੰਦ ਪ੍ਰਿਥਵੀ ਪਾਲਕ ਪਰਮੇਸ਼ਰ ਹੈ, ਜਿਸ ਵੀ ਜੀਵ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪਰਿਪੂਰਵਕ ਹੈ ਜੋ ਸਭ ਜੀਵਾਂ ਅੰਦਰ ਜੀਵ ਦਾਨ ਸਭ ਦੇ ਹੋ। ਸਾਰੇ ਜੀਵਾਂ ਨੂੰ ਪੈਦਾ ਕਰਕੇ ਫਿਰ ਜੀਵਾਂ ਨੂੰ ਜੀਵਨ ਦਾਨ ਵੀ ਦਿੱਤਾ ਹੈ। ਜੀਵਾਂ ਦੀ ਪੈਦਾਇਸ਼ ਕਰਕੇ ਜੀਵਨ ਦਾਨ ਦਿੰਦਾ ਹੈ। ਪ੍ਰਮਾਤਮਾ ਨੇ ਸਾਨੂੰ ਸਭ ਨੂੰ ਜੀਵਨ ਦਾਨ ਬਖਸ਼ਿਆ ਹੈ। ਜਗਤ ਅੰਦਰ ਕੋਈ ਧਨ ਦਾ, ਕੋਈ ਪਦਾਰਥਾਂ ਦਾ, ਕੱਪੜੇ ਆਦਿਕ ਇਹਨਾਂ ਦਾ ਦਾਨ ਕਰਦਾ ਹੈ, ਪਰ ਪ੍ਰਮਾਤਮਾ ਜੀਵਾਂ ਨੂੰ ਪੈਦਾ ਕਰਕੇ ਜੀਵਨ ਦਾਨ ਦਿੰਦਾ ਹੈ, ਖਾਣ ਪਹਿਨਣ ਵਾਸਤੇ ਦਾਤਾ ਆਹਾਰ ਦਿੰਦਾ ਹੈ। ਉਹ ਐਸਾ ਸ਼੍ਰੋਮਣੀ ਪ੍ਰਮਾਤਮਾ ਦਾਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੀ ਦਾਨ ਸਭ ਦੇਹੋ। हे ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ, ਜੋ ਆਤਮਿਕ ਜੀਵਨ ਦਾਨ ਹੈ ਨਾ, ਇਹ ਕਿਰਪਾ ਕਰਕੇ ਸਾਨੂੰ ਦਾਤ ਬਖਸ਼ਿਸ਼ ਕਰੋ, ਕਿਉਂਕਿ ਹਰ ਕੋਈ ਦਾਤ ਤੁਹਾਡੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ। ਇਸ ਲਈ हे ਪਿਆਰੇ ਪ੍ਰਮਾਤਮਾ, ਐਸੀ ਕਿਰਪਾ ਕਰੋ, ਸਾਡੇ ਹਿਰਦੇ ਵਿੱਚ ਅਮੋਲਕ ਜੀਵਨ ਦਾਨ ਦੀ ਦਾਤ ਬਖਸ਼ਿਸ਼ ਕਰੋ। ਸਤ ਸਤ ਹਰ ਸਤ ਸੁਆਮੀ। ਉਹ ਮਾਲਕ ਪ੍ਰਮਾਤਮਾ ਸਦੀਵ ਕਾਲ ਵਾਸਤੇ ਸੱਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਤਿੰਨਾਂ ਸਮਿਆਂ ਵਿੱਚ ਭੂਤ, ਭਵਿੱਖਤ, ਵਰਤਮਾਨ, ਲੰਘੇ ਹੋਏ ਸਮੇਂ ਵਿੱਚ ਵੀ ਸੱਚਾ ਸੀ, ਹੁਣ ਵੀ ਸੱਚਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਐਸਾ ਪ੍ਰਮਾਤਮਾ ਦਾ ਸਰੂਪ ਹੈ। ਸਤ ਸਾਧ ਸੰਗੇ ਹੋ। ਅਤੇ ਉਸ ਵਾਹਿਗੁਰੂ ਦੇ ਪਿਆਰੇ ਸਾਧੂ ਜਨ ਵੀ ਸਦੀਵ ਕਾਲ ਵਾਸਤੇ ਸੱਚੇ ਹਨ। ਬਾਕੀ ਸਭ ਕੁਝ ਘਟ ਜਾਣ ਵਾਲਾ ਹੈ। ਘਟੰਤ ਰੂਪੰ, ਘਟੰਤ ਦੀਪੰ, ਘਟੰਤ ਰਵ ਸਸੀਰ ਨਖੇਤਰ ਗਗਨੰ। ਇਹ ਸਭ ਕੁਝ ਘਟ ਜਾਣ ਵਾਲਾ, ਭਾਵ ਕਿ ਨਾਸਵੰਤ ਹੈ। ਸੂਰਜ ਵੀ ਸਵੇਰ ਦੇ ਸਮੇਂ ਚੜ੍ਹਦਾ ਤੇ ਸ਼ਾਮ ਨੂੰ ਛੁਪ ਜਾਂਦਾ, ਘਟਦਾ ਹੈ। ਚੰਦਰਮਾ ਵੀ ਕਦੇ ਵੱਧਦਾ ਤੇ ਕਦੇ ਘਟਦਾ ਹੈ, ਇਕਸਾਰ ਨਹੀਂ ਕਦੇ ਵੀ ਰਹਿੰਦਾ। ਹਵਾ ਵੀ ਕਦੇ ਇਕਸਾਰ ਨਹੀਂ ਰਹਿੰਦੀ, ਕਦੇ ਬੰਦ ਹੋ ਜਾਂਦੀ, ਕਦੇ ਚੱਲਣ ਲੱਗ ਪੈਂਦੀ ਹੈ। ਅਗਨੀ ਵੀ ਕਦੇ ਸ਼ਾਂਤ ਹੋ ਜਾਂਦੀ, ਕਦੇ ਲਟ ਲਟ ਕਰਦੀ ਹੋਈ ਆਪਣਾ ਤੇਜ ਦਿਖਾਉਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜੋ ਕੁਝ ਵੀ ਨਜ਼ਰ ਆਉਂਦਾ ਸਭ ਕੁਝ ਘਟ ਜਾਣ ਵਾਲਾ ਹੈ। ਕੇਵਲ ਇੱਕ ਪ੍ਰਮਾਤਮਾ ਔਰ ਉਸ ਵਾਹਿਗੁਰੂ ਦੇ ਪਿਆਰੇ ਸਾਧੂ ਜਨ ਜੋ ਪਰਮਾਤਮਾ ਦਾ ਹੀ ਰੂਪ ਹੋ ਗਏ ਨੇ, ਉਹ ਸਦੀਵ ਕਾਲ ਵਾਸਤੇ ਇਕਸਾਰ ਰਹਿੰਦੇ ਹਨ। ਜਿਵੇਂ ਅਡੋਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ, ਇਵੇਂ ਹੀ ਉਸ ਵਾਹਿਗੁਰੂ ਦੇ ਪਿਆਰੇ ਸਾਧੂ ਜਨ ਅਡੋਲ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ।
जिन्हां ने सुख दुख दोनों सम कर जाना और मान अपमाना आसा मनसा सगल त्यागै। संसार दे अंदर आसा मनसावा सब दा त्याग कीता है। दुखां सुखां नूं खुशी गमी नूं एकसार रह के अडोल रह के परमात्मा वाहिगुरू जी दा चिंतन करते हैं। महाराज सच्चे पातशाही ने तिन्हां दे प्रथाए वचन कीते है कि संसार के अंदर जिन्हें साधु जना ने वाहिगुरू के स्वरूप की प्राप्ति कर ली है। नह घटंत केवल गोपाल अचुत आसिरंग साध जान। कहते हैं कि साधु जन भी परमेश्वर के प्यारे सदैव काल वास्ते अटल रहने वाले ने। अते एक अचुत जो अकाल पुरख परमात्मा का सत चेतन स्वरूप है दा अडोल एक रस रहने वाला वाहिगुरू जी का स्वरूप है। वो सदैव काल वास्ते सच्चा है। महाराज सच्चे पातशाह सतगुरु अर्जन देव साहिब जी कहते सत सत हर सत स्वामी सत साध संगे हो। जिस परमात्मा का स्वरूप सतयुग के समय विच भी सच्चा सी, त्रेते दे विच भी परमात्मा का स्वरूप सच्चा सी, द्वापर विच भी सच्चा सी अते हुण कलयुग के भयानक समय विच भी वाहिगुरू जी का स्वरूप सच्चा है। उस वाहिगुरू के प्यारे साधु जन सतयुग दे विच भी सच्चे सन, त्रेते दे विच भी, द्वापर विच भी, हुण कलयुग दे विच भी साधु जन सच्चे है, सत रहन वाले हैं। जिन्हां ने उस वाहिगुरू परमात्मा की संगत कीती है। सत ते जन जिन प्रतीत उपजी। ते महाराज सच्चे पातशाह होर भी कोई जगत के जीव सच्चे हैं। धन सतगुरु अर्जन देव साहिब महाराज कहते जिन्होंने परमात्मा के चरणों का भरोसा वध गया, जिन्होंने केवल एक प्यारे परमात्मा के प्रतीत वाहिगुरू के चरणों का भरोसा हिरदे में धारण कर लिया, वो भी सदैव काल वास्ते सच्चे जान। क्योंकि साध संगत एक भरोसा करना ही तो कठिन गल है, बहुत औखी घाटी है। परमात्मा कृपा करे तो उस वाहिगुरू के चरणों से भरोसा वधदा है। नहीं तो जगत के अंदर असी कोई किसी का आसरा तक ही फिरदा, कोई किसी का भरोसा अपने हिरदे में धारण करी बैठा है कि मैनू उस फलाने मनुख से बहुत बड़ा भरोसा है। पर हजूर कहते जगत के जीवों का जोड़ा भरोसा सदैव काल वास्ते अटल रहने वाला नहीं है, कदे घट गया कदे वध गया। पर परमेश्वर के चरणों का जो भरोसा है एक सार सदैव काल वास्ते रहिंदा है। इसलिए जिन्हों ने उस वाहिगुरू परमात्मा के चरणों का भरोसा रखा, हजूर कहते गुरमुख प्यारे भी सच्चे जानो। नानक नह भरमे हो। परमात्मा उन्होंने कदे बार बार जीवनों के विच भरमण नहीं देता जो परमेश्वर के चरणों का भरोसा रखते हैं। जिन्होंने एक बार वाहिगुरू के चरणों का प्रतीता वध जाता है, वो फिर कदे वाहिगुरू को विसारते नहीं है। मन बाणी शरीर करके परमात्मा को याद करते हैं। ऐसी मन में भावना बना के ही महाराज जे जगत के जीवां नूं दातां देण वाला भी परमात्मा तू है, फिर मैं क्यों होरना दे संसार के आसरे तकदा फिरा। फिर महाराज असीं क्यों संसार के भटकना में पै के भरमदे फिरीए। फिर महाराज आप जी के चरणों का भरोसा ही साडे लाहेबंद है। ऐसे मन में भावना बनाने वाले गुरमुख प्यारे उस वाहिगुरू के चरणों की प्रतीति धारण करके रखते हैं, जिस करके वाहिगुरू कदे भी उन्होंने गुरमुखों को भटकण नहीं देता। प्रतख जीवन दौरान भी कदे परमात्मा भटकण नहीं देता। फिर जदों पंज भौतिक शरीर को त्याग देते हैं, उस समय जूना दे विच भी भटकण तो वाहिगुरू बचा के रखता है। सारग महला पंजवा। गोबिंद जीओ तू मेरे प्राण आधार। धन सतगुरु अर्जन देव साहिब महाराज सच्चे पातशाह फरमान कर रहे ने, हे मालिक परमात्मा तू ही साडे प्राणों का आसरा है। साजन मीत सहाई तुम ही। हे परमात्मा तू ही साडा सच्चा सज्जन है, सच्चा सखा है, सच्चा मित्र है। जगत के जिन्ने भी सज्जन सखे संबंधी ते मित्र हैं
ਉਹ ਕੇਵਲ ਆਪਣੇ ਸਵਾਰਥ ਦੇ ਲਈ ਹੀ ਸਾਡੇ ਨੇੜੇ ਢੋਕ ਕੇ ਬੈਠਦੇ ਹਨ। ਪਰ ਪਰਮਾਤਮਾ ਤੂੰ ਸਾਡਾ ਸਦੀਵ ਕਾਲ ਵਾਸਤੇ ਸੱਚਾ ਸੱਜਣ ਮਿੱਤਰ ਤੇ ਸਖਾ ਸੰਬੰਧੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਸਾਜਨ ਮੀਤ ਸਹਾਈ ਤੁਮ ਹੀ। हे ਪਰਮਾਤਮਾ ਤੂੰ ਹੀ ਸਾਡੇ ਲਈ ਸੱਚਾ ਹੈ। ਤੂੰ ਮੇਰੋ ਪਰਿਵਾਰ, ਅਤੇ ਪਰਿਵਾਰ ਦੇ ਜਿੰਨੇ ਵੀ ਸਾਡੇ ਜੀਵ ਹੈ ਨਾ, ਉਹਨਾਂ ਨਾਲੋਂ ਵੱਧ ਕੇ ਪਰਮਾਤਮਾ ਤੂੰ ਹੀ ਸਾਡਾ ਪਰਿਵਾਰ ਰੂਪ ਹੈ। ਅਥਵਾ ਹਜ਼ੂਰ ਫਰਮਾਨ ਕਰਦੇ ਹਨ, ਸਾਜਨ ਮੀਤ। हे ਅਕਾਲ ਪੁਰਖ ਵਾਹਿਗੁਰੂ, ਮਾਤਾ ਦੇ ਗਰਭ ਦੇ ਵਿੱਚ ਵੀ ਸਾਡਾ ਤੂੰ ਸੱਚਾ ਸੱਜਣ ਸੀ, ਔਰ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜੀਵਨ ਦੌਰਾਨ ਕਰਦਿਆਂ ਪਰਮਾਤਮਾ ਸਾਡਾ ਤੂੰ ਸੱਚਾ ਮਿੱਤਰ ਹੈ। ਫਿਰ ਪਰਲੋਕ ਦੇ ਵਿੱਚ ਵੀ ਸਾਡਾ ਸੱਚਾ ਸਹਾਇਕ ਹੈ। ਤੇ ਸਤ ਸੰਤੋਖ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਐਸਾ ਸ਼ੁਭ ਗੁਣਾ ਰੂਪੀ ਪਰਮੇਸ਼ਰ ਤੂੰ ਸਾਡਾ ਪਰਿਵਾਰ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਕਰ ਮਸਤਕ ਧਾਰਿਓ ਮੇਰੇ ਮਾਥੈ। हे ਪ੍ਰਮਾਤਮਾ ਸਾਡੇ ਮਸਤਕ ਤੇ ਆਪ ਜੀ ਨੇ ਕਿਰਪਾ ਰੂਪੀ ਹੱਥ ਧਾਰਿਆ ਹੈ। ਸਾਧ ਸੰਗ ਗੁਣ ਗਾਏ, ਤਾਂ ਹੀ ਅਸੀਂ ਸਾਧ ਸੰਗਤ ਵਿੱਚ ਮਿਲ ਕੇ ਆਪ ਜੀ ਦੇ ਗੁਣ ਗਾਏ ਹਨ, ਕਿਉਂਕਿ ਆਪ ਜੀ ਦੀ ਕਿਰਪਾ ਕਰਕੇ ਹੀ ਤੁਹਾਡੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ। ਇਸ ਲਈ ਐ ਪਰਮਾਤਮਾ ਤੁਹਾਡੀ ਕਿਰਪਾ ਤੋਂ ਬਿਨਾਂ ਤੁਹਾਡੇ ਗੁਣ ਗਾਉਣੇ ਨਾਮੁਮਕਿਨ ਹਨ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪਰਮੇਸ਼ਰ ਜਿਸ ਜੀਵ ਤੇ ਕਿਰਪਾ ਕਰਕੇ ਗੁਣ ਗਵਾਉਂਦਾ ਹੈ, ਉਹ ਗੁਰਮੁਖ ਪਿਆਰਾ ਹੀ ਪਰਮਾਤਮਾ ਦੇ ਗੁਣ ਗਾ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦੇ ਮਸਤਕ ਤੇ ਵਾਹਿਗੁਰੂ ਨੇ ਕਿਰਪਾ ਰੂਪੀ ਹੱਥ ਧਰ ਦਿੱਤਾ ਹੈ, ਉਹ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਤੁਮਰੀ ਕਿਰਪਾ ਤੇ ਸਭ ਫਲ ਪਾਏ, ਅਤੇ ਸੰਸਾਰ ਦੇ ਸਾਰੇ ਫਲਾਂ ਨੂੰ ਮਹਾਰਾਜ ਤੇਰੀ ਕਿਰਪਾ ਦੇ ਨਾਲ ਹੀ ਪ੍ਰਾਪਤ ਕੀਤਾ ਹੈ। ਧਰਮ, ਅਰਥ, ਕਾਮ, ਮੋਕਸ਼, ਇਹ ਸਾਰੇ ਜਿਹੜੇ ਪਰਮੇਸ਼ਰ ਸ਼੍ਰੋਮਣੀ ਫਲ ਹਨ, ਜਿਨ੍ਹਾਂ ਨੂੰ ਪਾਉਣ ਦੇ ਵਾਸਤੇ ਜਗਤ ਦੇ ਜੀਵ ਬਾਰ-ਬਾਰ ਯਤਨ ਕਰਦੇ ਹਨ। ਪਰਮੇਸ਼ਰ ਆਪ ਜੀ ਦੀ ਕਿਰਪਾ ਦੇ ਨਾਲ ਸਾਰੇ ਫਲ ਪ੍ਰਾਪਤ ਕਰ ਲਏ ਹਨ। ਰਸਕ ਰਾਮ ਨਾਮ ਧਿਆਏ, ਅਤੇ ਰਸਦਾਇਕ ਰਸ ਦੇ ਵਿੱਚ ਭਿੱਜ ਕਰਕੇ ਪਰਮੇਸ਼ਰ ਰਮੇ ਹੋਏ ਆਪ ਜੀ ਦੇ ਨਾਮ ਨੂੰ ਧਿਆਇਆ ਹੈ, ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ। ਜੋ ਰਸਦਾਇਕ ਪਰਮੇਸ਼ਰ ਦਾ ਨਾਮ ਹੈ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼੍ਰੋਮਣੀ ਨਾਮ, ਉਸ ਵਾਹਿਗੁਰੂ ਨੂੰ ਗੁਰਮੁਖ ਪਿਆਰੇ ਧਿਆਉਂਦੇ ਹਨ। ਅਬ ਚਲ ਨੀਵ ਸਰਾਈ ਸਤਿਗੁਰ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੋ ਭਗਤੀ ਰੂਪ ਅਬਚਲ ਨੀਵ ਰਖਾ ਦਿੱਤੀ ਹੈ। ਅਬਚਲ ਭਾਵ ਜੋ ਕਦੇ ਵੀ ਚਲਾਇਮਾਨ ਹੋਣ ਵਾਲੀ ਨਹੀਂ, ਸਦਾ ਜੁਗੋ ਜੁਗ ਅਟਲ ਰਹਿਣ ਵਾਲੀ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਐਸੇ ਅਬਚਲ ਚੱਲਣ ਤੋਂ ਰਹਿਤ ਇੱਕ ਸਾਰ ਰਹਿਣ ਵਾਲੀ ਜੋ ਪ੍ਰਮਾਤਮਾ ਦੀ ਭਗਤੀ ਰੂਪ ਨਹੀਂ ਹੈ, ਅਥਵਾ ਸਿੱਖੀ ਰੂਪ ਨਹੀਂ ਹੈ, ਅਥਵਾ ਬ੍ਰਹਮ ਗਿਆਨ ਰੂਪੀ ਜਿਹੜੀ ਨਹੀਂ ਹੈ, ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਡੀ ਰਖਾਈ ਹੈ। ਕਬਹੂ ਡੋਲਤ ਨਾਹੀ, ਇਸ ਲਈ ਜ਼ਿੰਦਗੀ ਵਿੱਚ ਭਾਵੇਂ ਜਿੰਨੇ ਮਰਜ਼ੀ ਦੁੱਖ ਸੁੱਖ ਆਉਣ, ਜਿੰਨੀਆਂ ਮਰਜ਼ੀ ਰੁਕਾਵਟਾਂ ਪੈਵਣ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰੇ ਕਦੇ ਵੀ ਡੋਲਦੇ ਨਹੀਂ ਹਨ। ਜੀਵਨ ਦੌਰਾਨ ਕੋਈ ਖੁਸ਼ੀ ਆ ਜਾਵੇ, ਗਮੀ ਆ ਜਾਵੇ, ਜਿੱਦਾਂ ਵੀ ਜ਼ਿੰਦਗੀ ਵਿੱਚ ਵਾਧੇ ਘਾਟੇ ਲਾਲ ਚੜਾਅ ਹੁੰਦੇ ਰਹਿਣ, ਪਰ ਗੁਰਮੁਖ ਪਿਆਰਿਆਂ ਦੀ ਨਿਸ਼ਾਨੀ ਹੈ ਕਿ ਕਦੇ ਡਾਵਾਂ ਡੋਲ ਨਹੀਂ ਹੁੰਦੇ, ਕਤਕੋਂ ਡੋਲਤ ਨਹੀਂ, ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਅਡੋਲ ਪਰਮੇਸ਼ਰ ਦੇ ਚਰਨਾਂ ਦਾ ਨਿਸ਼ਚਾ ਹੁੰਦਾ ਹੈ। ਇਸ ਲਈ ਉਹ ਗੁਰਮੁਖ ਪਿਆਰਿਆਂ ਦਾ ਮਨ ਵੀ ਅਡੋਲ ਹੋ ਜਾਂਦਾ ਹੈ। ਸੁਭਾਵਕ ਹੀ ਇੱਕ ਰਸ ਆਪਣਾ ਜੀਵਨ ਨਿਰਵਾਹ ਕਰਕੇ ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਜੋੜ ਕੇ ਰੱਖਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਕਾਹੇ ਮਨ ਤੋਂ ਡੋਲਤਾ ਹਰ ਮਨਸਾ ਪੂਰਨ ਹਾਰ। ਪਰਮਾਤਮਾ ਸਭ ਦੀਆਂ ਮਨ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ। ਇਸ ਲਈ ਇਹ ਮਨਾਂ ਤੋਂ ਕਿਉਂ ਡਾਵਾਂ ਡੋਲ ਹੁੰਦਾ ਹੈ? ਇਹ ਆਪਣੇ ਮਨ ਨੂੰ ਸੰਬੋਧਨ ਕਰ ਕਰਕੇ ਗੁਰਮੁਖ ਪਿਆਰੇ ਸਮਝਾ ਕੇ
ਅਡੋਲ ਨਿਸ਼ਚਾ ਧਾਰਨ ਕਰ ਲੈਂਦੇ ਹਨ ਅਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਗੁਰ ਨਾਨਕ ਜਗ ਭਏ ਤਿਆਰਾ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਜਦੋਂ ਕਿਰਪਾ ਕੀਤੀ, ਦਇਆ ਦੇ ਘਰ ਵਿੱਚ ਆਉਣਾ ਕੀਤਾ ਹੈ। ਸਰਬ ਸੁਖਾ ਨਿਤ ਪਾਹੀ। ਸਾਰੇ ਸੁੱਖਾਂ ਦਾ ਦਾਤਾ ਉਹ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਾ ਲਿਆ ਹੈ, ਅਥਵਾ ਸਰਬ ਸੁਖਾਂ ਨਿਧ ਪਾਹੀ। ਸਾਰੇ ਸੁਖ ਪ੍ਰਦਾਨ ਕਰਨ ਵਾਲਾ ਜੋ ਪਰਮੇਸ਼ਰ ਦਾ ਨੌ ਨਿਧੀਆਂ ਦਾ ਨਾਮ ਹੈ। ਹਜ਼ੂਰ ਨੇ ਫਰਮਾਨ ਕੀਤਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਐਸਾ ਜੋ ਨੌ ਨਿਧੀਆਂ ਦਾ ਖਜ਼ਾਨਾ ਅਤੇ ਆਤਮਿਕ ਜੀਵਨ ਦਾਨ ਦੇਣ ਵਾਲਾ ਜੋ ਪਰਮੇਸ਼ਰ ਦਾ ਸ਼੍ਰੋਮਣੀ ਨਾਮ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ ਜਦੋਂ ਸਤਿਗੁਰਾਂ ਨੇ ਦਇਆ ਦੇ ਘਰ ਵਿੱਚ ਆ ਕੇ ਆਪਣੀ ਚਰਣੀ ਲਾਇਆ ਹੈ। ਤਾਰਕ ਮਹੱਲਾ ਪੰਜਵਾ। ਨਿਭੀ ਨਾਮ ਕੀ ਸਤ ਖੇਪ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਪਾਈ ਹੈ, ਉਹਨਾਂ ਦੀ ਸੱਚੇ ਪਰਮਾਤਮਾ ਦੇ ਨਾਲ ਜੀਵਨ ਭਰ ਪ੍ਰੀਤ ਨਿਭ ਜਾਣਾ ਕੀਤੀ ਹੈ। ਓੜਕ ਨਿਭੀ ਪ੍ਰੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੀਵਤ ਵੇਖਿਓ ਸਾਹਿਬ ਆਪਣਾ ਚਲਤੇ ਰਾਖਿਓ ਚੀਤ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੇਵਕ ਬਣ ਕਰਕੇ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਧਾਰਨ ਕੀਤੀ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ। ਓੜਕ ਕਹਿੰਦੇ ਹਨ, ਜਿੰਨੀ ਦੇਰ ਤੱਕ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਜਾਣਾ ਕੀਤੀ, ਜੀਵਨ ਭਰ ਹਰ ਇੱਕ ਸਵਾਸ ਉਹਨਾਂ ਦਾ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਬਣ ਕਰਕੇ ਰਹਿੰਦਾ। ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਉਹਨਾਂ ਗੁਰਮੁਖ ਪਿਆਰਿਆਂ ਦੀ ਐਸੀ ਓੜਕ ਜੀਵਨ ਦੌਰਾਨ ਸਾਰਾ ਜੀਵਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਨਿਭਣਾ ਕੀਤੀ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੋ ਗਏ, ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਪਿਆਰ ਪਾਇਆ ਹੈ। ਲਾਭ ਹਰ ਗੁਣ ਗਾਏ ਨਿਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਲਾਭ ਹਰ ਗੁਣ ਗਾਏ ਨਿਧ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ। ਲਾਭ ਹਰ ਗੁਣ ਗਾਏ ਨਿਧ ਧਨ। ਪਰਮੇਸ਼ਰ ਦਾ ਨਾਮ ਜਿਹੜਾ ਨਾਮ ਨਿਧੀਆਂ ਦਾ ਖਜ਼ਾਨਾ ਹੈ, ਨਾਮ ਰੂਪੀ ਧਨ ਹੈ, ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਗੁਰਮੁਖ ਪਿਆਰਿਆਂ ਨੂੰ ਲਾਭ ਪ੍ਰਾਪਤ ਹੋਇਆ ਹੈ। ਵਿਖੇ ਮਾਹਿ ਅਲੇਪ। ਤੇ ਬੇਕ ਜ਼ਹਿਰ ਦੀ ਤਰ੍ਹਾਂ ਵਿਸ਼ਿਆਂ ਵਿਕਾਰਾਂ ਤੋਂ ਸਦਾ ਨਿਰਲੇਪ ਹੋ ਕੇ ਰਹਿੰਦੇ ਹਨ। ਪਰਮਾਤਮਾ ਨੇ ਸਦਾ ਹੀ ਉਹਨਾਂ ਨੂੰ ਅਲੇਪ ਰੱਖਿਆ, ਕਦੇ ਵੀ ਸੰਸਾਰ ਦੇ ਵਾਸ਼ਨਾ ਵਿਕਾਰਾਂ ਦੇ ਵਿੱਚ ਲਪਾਏਮਾਨ ਨਹੀਂ ਹੋਣ ਦਿੱਤਾ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨੇ ਐਸੀ ਅਮੋਲਕ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਨ ਕਰਦੇ ਹਨ, ਜੀਵ ਜੰਤ ਸਗਲ ਸੰਤੋਖੇ। ਜਗਤ ਦੇ ਅੰਦਰ ਕੋਈ ਵੀ ਜੀਵ ਜੰਤੂ ਹੈ ਜਿਸ ਨੇ ਪਿਆਰੇ ਪਰਮਾਤਮਾ ਦੇ ਦੀਦਾਰ ਕਰ ਲਏ ਹਨ, ਉਹ ਸੰਤੋਖੇ। ਪਰਮਾਤਮਾ ਨੇ ਉਹਨਾਂ ਨੂੰ ਸੰਤੁਸ਼ਟਤਾ ਬਖਸ਼ਿਸ਼ ਕਰ ਦਿੱਤੀ ਹੈ। ਅਥਵਾ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਸੰਸਾਰ ਦੀ ਤ੍ਰਿਸ਼ਨਾ, ਸਭ ਪਦਾਰਥਾਂ ਦੀ, ਪਰਲੋਕ ਦੇ ਸੁੱਖਾਂ ਦੀ, ਪਦਾਰਥਾਂ ਦੀ ਜਿਹੜੀ ਭੁੱਖ ਸੀ, ਵਾਹਿਗੁਰੂ ਨੇ ਅੰਦਰ ਤ੍ਰਿਪਤੀ ਬਖਸ਼ਿਸ਼ ਕਰਕੇ ਸਭ ਭੁੱਖਾਂ ਮਿਟਾ ਦਿੱਤੀਆਂ ਹਨ। ਜਿਸ ਕਰਕੇ ਹਜ਼ੂਰ ਕਹਿੰਦੇ, ਸੰਤੋਖੀ ਉਹਨਾਂ ਨੂੰ ਸਬਰ ਸੰਤੋਖ ਦੀ ਦਾਤ ਮਿਲੀ ਹੈ। ਆਪਣਾ ਪ੍ਰਭ ਧਿਆਏ। ਜਿਨ੍ਹਾਂ ਨੇ ਪ੍ਰਭੂ ਨੂੰ ਆਪਣਾ ਜਾਣ ਕਰਕੇ ਧਿਆਇਆ ਹੈ ਕਿ ਪਰਮਾਤਮਾ ਸਾਡਾ ਆਪਣਾ ਹੈ, ਉਹ ਪਰਮੇਸ਼ਰ ਸਾਡਾ ਅੰਗ ਸੰਗੀ ਹੈ। ਜੋ ਵਾਹਿਗੁਰੂ ਮਾਤਾ ਦੇ ਗਰਭ ਦੇ ਵਿੱਚ ਵੀ ਸਾਡਾ ਸੰਗੀ ਸੀ, ਹੁਣ ਵੀ ਸਾਡਾ ਸੱਚਾ ਮਿੱਤਰ ਹੈ ਅਤੇ ਪਰਲੋਕ ਦੇ ਵਿੱਚ ਵੀ ਸਾਡਾ ਸਹਾਇਕ ਹੋਣ ਵਾਲਾ ਹੈ। ਇਹ ਉਹ ਪਰਮਾਤਮਾ ਨੂੰ ਆਪਣਾ ਜਾਣ ਕੇ ਜੋ ਗੁਰਮੁਖ ਪਿਆਰੇ ਧਿਆਉਂਦੇ ਹਨ, ਹਜ਼ੂਰ ਕਹਿੰਦੇ ਪਰਮਾਤਮਾ ਉਹਨਾਂ ਦੇ ਹਿਰਦੇ ਵਿੱਚ ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਤੇ ਸਾਧ ਸੰਗਤ, ਵੇਦਾਂਤ ਦਾ ਬਚਨ ਹੈ, ਸਮ ਸੰਤੋਖ ਨ ਔਰ ਸੁਖ। ਕਹਿੰਦੇ ਦੁਨੀਆ ਦੇ ਵਿੱਚ ਸਬਰ ਸੰਤੋਖ ਵਰਗਾ ਕੋਈ ਸੁਖ ਨਹੀਂ ਹੋ ਸਕਦਾ। ਜਿਸ ਜੀਵ ਦੇ ਕੋਲ ਸਬਰ ਸੰਤੋਖ ਦੀ ਦਾਤ ਹੁੰਦੀ ਹੈ ਨਾ, ਉਹਦੇ ਵਰਗਾ ਸੁਖੀ ਬੰਦਾ ਕੋਈ ਸੰਸਾਰ ਵਿੱਚ ਹੋਰ ਨਹੀਂ ਹੋ ਸਕਦਾ।
ਜੇ ਸਬਰ ਸੰਤੋਖ ਨਾ ਹੋਵੇ ਤੇ ਸਾਧ ਸੰਗਤ ਮਨ ਹਾਲੋ ਜੜੀ ਵਿੱਚ ਹਰ ਸਮੇਂ ਲੱਗਾ ਰਹਿੰਦਾ ਹੈ। ਮਨ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹਰ ਸਮੇਂ ਸੜਦਾ ਰਹਿੰਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਨੂੰ ਆਪਣਾ ਜਾਣ ਕੇ ਧਿਆਇਆ ਹੈ, ਹਰ ਸਮੇਂ ਵਾਹਿਗੁਰੂ ਨੂੰ ਯਾਦ ਕਰਦੇ ਰਹਿੰਦੇ ਹਨ। ਪਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਨੂੰ ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕੀਤੀ ਹੈ। ਰਤਨ ਜਨਮ ਅਪਾਰ ਜੀਤਿਓ, ਜੋ ਰਤਨਾਂ ਦੀ ਤਰ੍ਹਾਂ ਅਮੋਲਕ ਪਰਮਾਤਮਾ ਨੇ ਮਨੁੱਖਾ ਜੀਵਨ ਦਿੱਤਾ ਸੀ, ਉਸ ਵਾਹਿਗੁਰੂ ਦੇ ਪਿਆਰਿਆਂ ਨੇ ਜਿੱਤ ਲੈਣਾ ਕੀਤਾ ਹੈ। ਜਵਾਰੀਆਂ ਦੀ ਤਰ੍ਹਾਂ ਕਦੇ ਸੰਸਾਰ ਦੇ ਅੰਦਰ ਹਾਰ ਕਰਕੇ ਨਹੀਂ ਜਾਣਾ ਕੀਤਾ ਹੈ, ਕਿਉਂਕਿ ਪਰਮਾਤਮਾ ਦੇ ਚਰਨਾਂ ਦਾ ਆਸਰਾ ਤੱਕਿਆ ਹੈ। ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਗੁਰਮੁਖ ਪਿਆਰਿਆਂ ਨੇ ਮਨੁੱਖਾ ਦੇਹੀ ਦੀ ਬਾਜੀ ਨੂੰ ਜਿੱਤਿਆ ਹੈ। ਬਾਹੁੜ ਜੋਰ ਨਾ ਪਾਏ, ਜਿਸ ਕਰਕੇ ਪਰਮਾਤਮਾ ਨੇ ਉਹ ਗੁਰਮੁਖ ਪਿਆਰਿਆਂ ਨੂੰ ਬਾਹੁੜ ਬਾਅਦ ਵਿੱਚ ਫਿਰ ਜੂਨਾਂ ਵਿੱਚ ਨਹੀਂ ਪਾਉਣਾ ਕੀਤਾ। ਬਾਅਦ ਵਿੱਚ ਬਾਰ-ਬਾਰ ਪਰਮੇਸ਼ਰ ਦੇ ਪਿਆਰੇ ਗੁਰਮੁਖ ਜਨ ਕਦੇ ਜੂਨਾਂ ਵਿੱਚ ਨਹੀਂ ਪਏ। ਜਿਵੇਂ ਸਾਖਤ ਪੁਰਸ਼ ਬਾਰ-ਬਾਰ 84 ਦੇ ਗੇੜੇ ਵਿੱਚ ਜਨਮ ਧਾਰਨ ਕਰਦੇ ਰਹਿੰਦੇ ਹਨ। ਹਜ਼ੂਰ ਨੇ ਫਰਮਾਨ ਕੀਤਾ ਹੈ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫੇਰ ਫੇਰ ਚੋਟਾ ਖਾਵੈ। ਜਿਹੜੇ ਸੰਸਾਰ ਦੇ ਅੰਦਰ ਗੁਰਮੁਖ ਪਿਆਰੇ ਹਨ, ਉਹ ਕਦੇ ਵੀ ਮਨਮੁਖ ਸਾਖਤ ਪੁਰਸ਼ਾਂ ਦੀ ਤਰ੍ਹਾਂ ਬਾਰ-ਬਾਰ ਜਨਮਦੇ ਅਤੇ ਮਰਦੇ ਨਹੀਂ ਹੈ। ਪਰ ਹਜ਼ੂਰ ਕਹਿੰਦੇ ਜਿਹੜੇ ਸੰਸਾਰ ਦੇ ਸਾਖਤ ਪੁਰਸ਼ ਬਾਰ-ਬਾਰ ਜਨਮਦੇ ਤੇ ਮਰਦੇ ਰਹਿੰਦੇ ਹੈ, ਬਾਰ-ਬਾਰ 84 ਦੇ ਗੇੜੇ ਵਿੱਚ ਪੈ ਕੇ ਜਨਮ ਧਾਰਨ ਕਰਦੇ ਅਤੇ ਮੌਤ ਦੇ ਮਾਰੇ ਹੋਏ ਫਿਰ ਮਰਦੇ ਹਨ। ਭਏ ਕਿਰਪਾਲ ਦਇਆਲ ਗੋਬਿੰਦ, ਜੋ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪ੍ਰਿਥਵੀ ਪਾਲਕ ਹਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਤੇ ਦਿਆਲੂ ਹੋਏ ਹਨ। ਭਇਆ ਸਾਧੂ ਸੰਗ, ਉਹਨਾਂ ਗੁਰਮੁਖ ਪਿਆਰਿਆਂ ਨੂੰ ਸਾਧੂ ਜਨਾਂ ਦਾ ਸੰਗ ਪ੍ਰਾਪਤ ਹੋਇਆ ਹੈ। ਪਰਮਾਤਮਾ ਨੇ ਜਿਨ੍ਹਾਂ ਤੇ ਦਇਆ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਜੀਵਾਂ ਤੇ ਕਿਰਪਾ ਕਰ ਦਿੱਤੀ, ਉਹਨਾਂ ਨੂੰ ਸਾਧੂ ਜਨਾਂ ਦੀ ਸੰਗਤ ਪ੍ਰਾਪਤ ਹੋਈ ਹੈ। ਹਰ ਚਰਨ ਰਾਸ ਨਾਨਕ ਪਾਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਵਡਭਾਗੇ ਗੁਰਮੁਖ ਪਿਆਰਿਆਂ ਨੇ ਹੀ ਪਰਮਾਤਮਾ ਦੇ ਚਰਨਾਂ ਦੀ ਸ਼ਰਧਾ ਰੂਪ ਪੂੰਜੀ ਨੂੰ ਪਾਇਆ ਹੈ। ਲੱਗਾ ਪ੍ਰਭ ਸਿਓ ਰੰਗ, ਜਿਸ ਕਰਕੇ ਪਿਆਰੇ ਪ੍ਰਭੂ ਦੇ ਚਰਨਾਂ ਨਾਲ ਉਹਨਾਂ ਦਾ ਰੰਗ ਪ੍ਰੇਮ ਲੱਗਾ। ਕਿਉਂਕਿ ਸਾਧ ਸੰਗਤ ਪ੍ਰੇਮ ਕਰਨ ਵਾਲਿਆਂ ਦੀ ਸੰਗਤ ਕਰਕੇ ਹੀ ਅਸਲ ਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਲੱਗਦਾ ਹੈ। ਜਿਵੇਂ ਕੋਈ ਅਮਲੀ ਮਨੁੱਖ ਦੀ ਸੰਗਤ ਕਰ ਲਵੇ ਨਾ, ਖੋਟੀ ਸੰਗਤ ਉਹਨੂੰ ਅਮਲ ਦਾ ਹੀ ਰੰਗ ਚੜ੍ਹਦਾ ਹੈ। ਜੁਆਰੀ ਬੰਦਾ ਜਿਹੜਾ ਸੰਸਾਰ ਦਾ ਭਲਾ ਬੰਦਾ ਵੀ ਜੁਆਰੇ ਜੂਆ ਖੇਡਣ ਵਾਲਿਆਂ ਦੀ ਸੰਗਤ ਕਰ ਲਵੇ ਤੇ ਉਹਨੂੰ ਵੀ ਜੂਆ ਖੇਡਣ ਦਾ ਰੰਗ ਚੜ੍ਹ ਜਾਂਦਾ ਹੈ। ਜਿੱਦਾਂ ਦੀ ਕੋਈ ਮਨੁੱਖ ਸੰਗਤ ਕਰਦਾ, ਉਸੇ ਤਰ੍ਹਾਂ ਦਾ ਮਨ ਤੇ ਰੰਗ ਚੜ੍ਹਦਾ, ਉੱਦਾਂ ਦਾ ਅਸਰ ਹੁੰਦਾ ਹੈ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਕੇਵਲ ਪਰਮਾਤਮਾ ਦਾ ਪਿਆਰ ਹੈ, ਜੋ ਭਲੇ ਪੁਰਖ ਸਾਧੂ ਜਨ ਹਨ, ਜੇ ਉਹਨਾਂ ਦੀ ਸੰਗਤ ਕੀਤੀ ਜਾਵੇ ਤੇ ਹਜ਼ੂਰ ਕਹਿੰਦੇ, ਇਹ ਪ੍ਰਾਣਾ ਤਾਰੇ ਜੀਵ, ਤੇਰੇ ਅੰਦਰ ਵੀ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਵੇਗਾ। ਤੈਨੂੰ ਕੇਵਲ ਪਿਆਰੇ ਪਰਮਾਤਮਾ ਦਾ ਰੰਗ ਚੜ੍ਹ ਜਾਵੇਗਾ, ਜਿਹੜਾ ਪ੍ਰੇਮ ਜਿਹੜਾ ਕਦੇ ਵੀ ਸੰਸਾਰ ਦੇ ਅੰਦਰ ਲਹਿੰਦਾ ਨਹੀਂ ਹੈ। ਇੱਕ ਵਾਰ ਜੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਪੈਦਾ ਹੋ ਜਾਵੇ, ਹਜ਼ੂਰ ਫਰਮਾਨ ਕਰਦੇ, ਜਿਨ੍ਹਾਂ ਨੇ ਸ਼ਰਧਾ ਰੂਪੀ ਪੂੰਜੀ ਨੂੰ ਪ੍ਰਾਪਤ ਕੀਤਾ ਹੈ, ਸਾਧੂ ਜਨਾਂ ਦੀ ਸੰਗਤ ਕਰਕੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਰੰਗੀ ਬਣ ਗਏ ਹਨ। ਸਾਰਗ ਮਹੱਲਾ ਪੰਜਵਾ, ਮਾਈ ਏਕ ਰਹੀ ਬਿਸਮਾਦ। ਜਗਿਆਸੂ ਰੂਪ ਸਖੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਇਹ ਮਹਾਤਮਾ ਰੂਪ ਮਾਤਾ ਪਿਤਾ ਰੂਪ ਸਖੀ ਸੰਸਾਰ ਦੇ ਅੰਦਰ ਪਰਮਾਤਮਾ ਦੇ ਅਚੰਭਿਆ ਦਾ ਸਰੂਪ ਦੇਖ ਕਰਕੇ ਕਿਹੜੇ ਢੰਗ ਦੇ ਨਾਲ ਪਰਮਾਤਮਾ ਨੇ ਤਰ੍ਹਾਂ ਤਰ੍ਹਾਂ ਦੇ ਜੀਵਾਂ ਨੂੰ ਪੈਦਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਡੀ ਬਿਰਤੀ ਬਿਸਮਾਦ ਹੈਰਾਨ ਹੋ ਜਾਂਦੀ ਹੈ। ਐਸੇ ਹੈਰਾਨ ਕਰ ਦੇਣ ਵਾਲੇ ਪਰਮਾਤਮਾ ਦੀ ਲੀਲਾ ਤਰ੍ਹਾਂ ਤਰ੍ਹਾਂ ਦੇ ਕੌਤਕ ਦੇਖ ਕਰਕੇ ਕਿ ਪਰਮਾਤਮਾ ਜਦੋਂ ਚਾਹੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ, ਜਦੋਂ ਚਾਹੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ, ਜੇ ਚਾਹੇ ਤਾਂ ਪਰਮਾਤਮਾ ਮੂਰਖ ਜੀਵਾਂ ਨੂੰ ਚੰਗੇ ਚੰਗੇ ਵਿਦਵਾਨ ਬਣਾ ਦੇਵੇ।
ਔਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਚਾਹੇ ਤੇ ਚੰਗੇ ਭਲੇ ਵੱਡੇ ਵੱਡੇ ਵਿਦਵਾਨਾਂ ਦੇ ਮਨ ਵਿੱਚ ਹੰਕਾਰ ਪੈਦਾ ਕਰਕੇ ਉਹਨਾਂ ਨੂੰ ਮੂਰਖਾਂ ਦੀ ਤਰ੍ਹਾਂ ਬਣਾ ਦਿੰਦਾ ਹੈ। ਐਸੇ ਉਹ ਪਰਮਾਤਮਾ ਦੇ ਅਚੰਭੇ ਦੇ ਕੌਤਕ ਹੈ। ਹਜ਼ੂਰ ਕਹਿੰਦੇ ਹਨ, ਜਗਿਆਸੂ ਰੂਪ ਸਖੀ ਦੁਆਰਾ ਬਚਨ ਕਰਦੇ ਨੇ ਪਰਮਾਤਮਾ ਆਪ ਜੀ ਦੇ ਐਸੇ ਬੇਅੰਤ ਤਰ੍ਹਾਂ ਤਰ੍ਹਾਂ ਦੇ ਕੌਤਕ ਦੇਖ ਕਰਕੇ ਸਾਡੀ ਬਿਰਤੀ ਹੈਰਾਨ ਹੋ ਜਾਂਦੀ ਹੈ। ਅਨਹਦ ਧੁਨੀ ਮੇਰਾ ਮਨ ਮੋਹਿਓ। ਇੱਕ ਹੱਦ ਤੋਂ ਰਹਿਤ ਜੋ ਪਰਮਾਤਮਾ ਦੀ ਨਾਮ ਦੀ ਧੁਨੀ ਹੈ, ਉਸ ਪਰਮੇਸ਼ਰ ਦੀ ਧੁਨੀ ਨੂੰ ਸੁਣ ਕਰਕੇ ਸਾਡਾ ਮਨ ਮੋਹਿਤ ਹੋ ਗਿਆ ਹੈ, ਉਸ ਵਾਹਿਗੁਰੂ ਦੇ ਚਰਨਾਂ ਵਿੱਚ ਮੋਹਿਆ ਗਿਆ ਹੈ। ਅਚਰਜ ਤਾਕੇ ਸਵਾਦ, ਕਿਉਂਕਿ ਅਚਰਜ ਹੀ ਉਹ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਹੈ, ਹੈਰਾਨ ਕਰ ਦੇਣ ਵਾਲਾ, ਜਿਹਦੇ ਸਮਾਨ ਕੋਈ ਦੁਨੀਆ ਦਾ ਸਵਾਦ, ਕੋਈ ਦੁਨੀਆ ਦਾ ਰਸ ਨਹੀਂ ਹੋ ਸਕਦਾ। ਕਿਉਂਕਿ ਜਿੰਨੇ ਵੀ ਸੰਸਾਰ ਦੇ ਸਵਾਦ ਹਨ, ਪਦਾਰਥਾਂ ਦੇ, ਵਿਸ਼ਿਆਂ ਦੇ, ਪਦਾਰਥਾਂ ਨੂੰ ਭੋਗਣ ਦੇ, ਇਹ ਸਾਰੇ ਫਿੱਕੇ ਪੈ ਜਾਂਦੇ ਹੈ। ਕੇਵਲ ਤੁਸ਼ ਮਾਤਰ ਦੇ ਉਹਨਾਂ ਦਾ ਸਵਾਦ ਹੁੰਦਾ ਹੈ। ਪਰ ਜੋ ਰਸਦਾਇਕ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਰੂਪੀ ਰਸ ਹੈ, ਉਹਦੇ ਵਰਗਾ ਕੋਈ ਦੁਨੀਆ ਦਾ ਰਸ ਨਹੀਂ, ਉਹ ਸਦੀਵ ਕਾਲ ਵਾਸਤੇ ਰਹਿੰਦਾ ਹੈ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਰਸਦਾਇਕ ਵਾਹਿਗੁਰੂ ਦੇ ਨਾਮ ਦੀ ਧੁਨੀ ਸੁਣ ਕੇ ਮਨ ਮੋਹਿਤ ਹੋ ਗਿਆ ਹੈ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਮਾਤ ਪਿਤਾ ਬੰਧਪ ਹੈ ਸੋਈ। ਹਜ਼ੂਰ ਕਹਿੰਦੇ ਉਹ ਹੀ ਸਾਡਾ ਪਰਮੇਸ਼ਰ ਮਾਤਾ ਹੈ, ਉਹ ਹੀ ਸਾਡਾ ਪਿਤਾ ਹੈ, ਉਹ ਪਰਮਾਤਮਾ ਹੀ ਸਾਡਾ ਸਖਾ ਸੰਬੰਧੀ ਹੈ। ਮਨ ਹਰ ਕੋ ਅਹਿਲਾਦ, ਜਿਸ ਵਾਹਿਗੁਰੂ ਦੇ ਨਾਮ ਜਪਣੇ ਕਰਕੇ ਸਾਡੇ ਮਨ ਵਿੱਚ ਅਹਿਲਾਦ ਆਨੰਦ ਪੈਦਾ ਹੋਇਆ, ਜਿਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ ਸਾਡਾ ਮਨ ਅਡੋਲ ਹੋ ਗਿਆ, ਉਹ ਹੀ ਪਰਮਾਤਮਾ ਸਾਡਾ ਸੱਚਾ ਮਾਤਾ ਪਿਤਾ ਹੈ, ਸੱਚਾ ਸਾਡਾ ਸਖਾ ਸੰਬੰਧੀ ਹੈ। ਸਾਧ ਸੰਗ ਗਾਏ ਗੁਣ ਗੋਬਿੰਦਾ, ਜਿਨ੍ਹਾਂ ਗੁਰਮੁਖ ਪਿਆਰੇ ਵਡਭਾਗੇ ਜੀਵਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਜੀ ਦੇ ਗੁਣ ਗਾਏ ਹਨ। ਬਿਨਸਿਓ ਸਭ ਪਰਮਾਦ, ਪਰਮਾਤਮਾ ਨੇ ਉਹਨਾਂ ਦੇ ਸਾਰੇ ਬਿਨਸਿਓ ਕਹਿੰਦੇ ਨਾਸ਼ ਕਰ ਦਿੱਤੇ ਹਨ। ਹੰਕਾਰ ਪਰਮਾਦ ਕੀ ਜਿਹੜਾ ਸੁਭਾਅ, ਹੰਕਾਰੀ ਸੁਭਾਅ, ਉਹਨਾਂ ਦਾ ਨਾਸ਼ ਕਰ ਦਿੱਤਾ ਹੈ। ਤੇ ਮਾਦ ਹੁੰਦਾ ਹੈ ਹੰਕਾਰ, ਪਰ ਵਿਸ਼ੇਸ਼ ਕਰਕੇ ਪਰਮਾਤਮਾ ਨੇ ਉਹਨਾਂ ਦਾ ਹੰਕਾਰ ਰੂਪੀ ਨਸ਼ਾ ਉਹ ਵੀ ਨਿਵਰਤ ਕਰ ਦਿੱਤਾ ਹੈ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕੀਤਾ ਹੈ। ਤੇ ਪਰਮਾਦ ਜਿਹੜੇ ਸੰਸਾਰ ਦੇ ਕਮਾਏ ਹੋਏ ਵਿਸ਼ੇਸ਼ ਕਰਕੇ ਹੰਕਾਰ ਦੇ ਸਹਿਤ ਕਰਮ ਸਾਨੂੰ ਵੀ ਪਰਮਾਤਮਾ ਨੇ ਨਿਵਰਤ ਕਰ ਦਿੱਤੇ ਹੈ। ਐਸਾ ਉਹ ਪਰਮਾਤਮਾ ਹੈ, ਐਸੀ ਸਾਧ ਸੰਗਤ ਦੀ ਮਹਾਨਤਾ ਹੈ। ਹਜ਼ੂਰ ਨੇ ਤਾਂ ਹੀ ਗੁਰਬਾਣੀ ਵਿੱਚ ਬਚਨ ਕੀਤਾ ਹੈ, ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਚਿੱਤ ਨਿਰਮਲ ਹੋ ਜਾਂਦਾ ਜੇ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕੀਤਾ ਜਾਵੇ। ਕਮਾਏ ਹੋਏ ਜਿਹੜੇ ਪਾਪ ਕਰਮਾਂ ਦੀ ਮੈਲ ਹਿਰਦੇ ਤੇ ਲੱਗੀ ਹੁੰਦੀ ਹੈ, ਹਜ਼ੂਰ ਕਹਿੰਦੇ ਪਰਮਾਤਮਾ ਕਿਰਪਾ ਕਰਕੇ ਉਹਨੂੰ ਨਿਵਰਤ ਕਰ ਦਿੰਦਾ ਹੈ, ਹਿਰਦਾ ਉਜਲ ਕਰ ਦਿੰਦਾ ਹੈ, ਜਿਸ ਕਰਕੇ ਗੁਰਮੁਖ ਪਿਆਰੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਦੋਰੀ ਲਗਤ ਰਹੀ ਚਰਨ ਸੰਗ, ਜਿਸ ਕਰਕੇ ਸਾਡੀ ਬਿਰਤੀ ਰੂਪ ਡੋਰੀ ਪਰਮਾਤਮਾ ਦੇ ਨਾਮ ਰੂਪੀ ਚਰਨ ਕਮਲਾਂ ਦੇ ਨਾਲ ਲਪਟੀ ਰਹਿੰਦੀ ਹੈ, ਪਾਪ ਜੁੜੀ ਰਹਿੰਦੀ ਹੈ। ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਬਿਰਤੀ ਜੁੜੀ ਰਹਿੰਦੀ ਹੈ। ਭ੍ਰਮ ਭੈ ਸਗਲੇ ਖਾਦ, ਜਿਸ ਕਰਕੇ ਹਰ ਤਰ੍ਹਾਂ ਦੇ ਮਤ ਤੇ ਪਾਏ ਹੋਏ ਭਰਮ ਤੇ ਮਨ ਦੇ ਵਿੱਚ ਜਿਹੜੇ ਪੈ ਸਨ ਸਾਰੇ ਖਾਦ ਨਾਸ ਹੋ ਗਏ। ਕਹਿੰਦੇ ਨੇ ਖੈ ਹੋ ਜਾਣ ਨੂੰ ਸਾਰੇ ਖਤਮ ਹੋ ਗਏ ਹੈ। ਪਰਮਾਤਮਾ ਦੇ ਚਰਨਾਂ ਵਿੱਚ ਬਿਰਤ ਜੁੜਨੇ ਕਰਕੇ ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਪਰਮਾਦ ਵਿਸ਼ੇਸ਼ ਕਰਕੇ ਹੰਕਾਰ ਦੀ ਗਰਦ ਨੂੰ ਪਰਮੇਸ਼ਰ ਨੇ ਨਾਸ਼ ਕਰ ਦਿੱਤਾ ਹੈ। ਹਜ਼ੂਰ ਕਹਿੰਦੇ ਫਿਰ ਹਰ ਸਮੇਂ ਇਹ ਬਿਰਤੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ ਹੈ। ਜਿਵੇਂ ਰੱਸੀ ਨੂੰ, ਲੜੀ ਨੂੰ ਘੁੱਟ ਕਰਕੇ ਕਿਸੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਾਡੀ ਬਿਰਤੀ ਰੂਪ ਜਿਹੜੀ ਲੜੀ ਹੈ ਨਾ, ਇਸ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਮ ਰੂਪੀ ਚਰਨਾਂ ਦੇ ਨਾਲ ਘੁੱਟ ਕੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਬੰਨ੍ਹ ਦਿੱਤਾ ਹੈ, ਜਿਸ ਕਰਕੇ ਕਦੇ ਵੀ ਹੁਣ ਟੁੱਟਦੀ ਨਹੀਂ ਹੈ।
ਸਦਾ ਹੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ ਹੈ। ਏਕ ਆਧਾਰ ਨਾਨਕ ਜਨ ਕੀਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਕੇਵਲ ਇੱਕ ਪਿਆਰੇ ਪ੍ਰਮਾਤਮਾ ਦੇ ਨਾਮ ਦਾ ਆਸਰਾ ਤੱਕਿਆ ਹੈ, ਸਾਰਾ ਜੀਵਨ ਹੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣਾ ਆਸਰਾ ਬਣਾ ਲਿਆ ਹੈ। ਬਾਹਰ ਨਾ ਜੋਨ ਪ੍ਰਮਾਦ। ਬਾਹਰ ਨਾ ਜੋਨ ਪ੍ਰਮਾਦ, ਉਹ ਫਿਰ ਬਾਰ-ਬਾਰ ਕਦੇ ਵੀ ਜੋਨਾਂ ਵਿੱਚ ਭਰਮਦੇ ਨਹੀਂ ਹੈ। ਪਰਮਾਤਮਾ ਉਹਨਾਂ ਨੂੰ ਸਾਖਤ ਜੀਵਾਂ ਦੇ ਵਾਂਗ ਜੂਨਾਂ ਦੇ ਵਿੱਚ 84 ਦੇ ਗੇੜੇ ਵਿੱਚ ਬਾਰ-ਬਾਰ ਭਰਮਾਉਂਦਾ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਕੇਵਲ ਇੱਕ ਪਿਆਰੇ ਪਰਮਾਤਮਾ ਦੀ ਯਾਦ ਵਸ ਗਈ ਹੈ, ਜਿਨ੍ਹਾਂ ਨੇ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਆਪਣੇ ਜੀਵਨ ਨੂੰ ਆਸਰਾ ਬਣਾ ਲਿਆ ਹੈ। ਸਾਰਗ ਮਹੱਲਾ ਪੰਜਵਾ। ਮਾਈ ਦੀ ਮਾਤੀ ਚਰਨ ਸਮੂਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਐ ਮਹਾਤਮਾ ਰੂਪ ਸਖੀ ਜਨੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਜਿਹੜੀ ਮੱਤ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮਸਤ ਹੋ ਗਈ ਹੈ, ਜਿਸ ਕਰਕੇ ਸਮੂਹ ਸਮਗਰ ਜੀਵਾਂ ਦੇ ਵਿੱਚ ਉਹ ਪਿਆਰੇ ਪਰਮਾਤਮਾ ਨੂੰ ਦੇਖਦੇ ਹਾਂ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਦੇਖਦੇ ਹਾਂ। ਏਕ ਬਿਨਾ ਹਉ ਆਨ ਨਾ ਜਾਣਾ। ਜਿਸ ਕਰਕੇ ਇੱਕ ਪ੍ਰਮਾਤਮਾ ਤੋਂ ਬਿਨਾਂ ਕਦੇ ਹੋਰ ਦੂਸਰੇ ਨੂੰ ਜਾਣਦੇ ਹੀ ਨਹੀਂ ਆ ਕਿ ਪ੍ਰਮਾਤਮਾ ਤੂੰ ਆਪ ਹੀ ਸਰਬੱਗ ਜੀਵਾਂ ਦੀ ਪਰਵਰਿਸ਼ ਕਰਦਾ ਹੈ, ਆਪ ਹੀ ਸਭ ਜੀਵਾਂ ਦਾ ਕਰਤਾ ਧਰਤਾ ਹਰਤਾ ਹੈ। ਦੁਤੀਆ ਭਾਉ ਸਭ ਲੂਹ। ਕਿਉਂਕਿ ਜਿਹੜੀ ਦੁਤੀਆ ਦਵੈਸ਼ ਭਾਵਨਾ ਸੀ ਨਾ, ਉਹ ਸਾਰੀ ਲੂਹ ਉਪਦੇਸ਼ ਰੂਪੀ ਅਗਨੀ ਤੇ ਲੂਹ ਸਾੜ ਦਿੱਤੀ ਹੈ। ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਨੇ ਕਰਕੇ ਸ਼ਬਦ ਰੂਪ ਪ੍ਰਚੰਡ ਅਗਨੀ ਤੇ ਉਸ ਨੂੰ ਸਾੜ ਦਿੱਤਾ ਹੈ, ਜਿਸ ਕਰਕੇ ਇੱਕ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। हे ਪ੍ਰਮਾਤਮਾ, ਸਭ ਥਾਵਾਂ ਤੇ ਵਾਹਿਗੁਰੂ ਤੇਰਾ ਹੀ ਸਰੂਪ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਤਿਆਗ ਗੋਪਾਲ ਅਵਰ ਜੋ ਕਰਨਾ। ਪਰ ਜਿਹੜੇ ਸਾਖਤ ਪੁਰਸ਼ ਵਾਹਿਗੁਰੂ ਦੇ ਸਰੂਪ ਨੂੰ ਤਿਆਗ ਕੇ ਹੋਰ ਸੰਸਾਰ ਦੀ ਕਰਨ ਦੇ ਵਿੱਚ ਲੱਗੇ ਰਹਿੰਦੇ ਆ, ਸੰਸਾਰ ਦੇ ਮੰਦ ਕਰਮਾਂ ਨੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗਦੇ ਹਨ, ਤੇ ਵਿਖਿਆ ਕੇ ਖੂਹਾ। ਉਹ ਜਾਣੋ ਕਿ ਵਿਸ਼ਿਆਂ ਵਿਕਾਰਾਂ ਦੇ ਅੰਨੇ ਖੂਹ ਦੇ ਵਿੱਚ ਹਰ ਸਮੇਂ ਗਲਤਾਨ ਹੋ ਕਰਕੇ ਰਹਿੰਦੇ ਆ। ਸੰਸਾਰ ਦੇ ਅੰਦਰ ਪ੍ਰਤੱਖ ਜੀਵਨ ਵੀ ਉਹਨਾਂ ਦਾ ਨਰਕਾ ਰੂਪੀ ਖੂਹ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਕਿਸੇ ਨੂੰ ਨਰਕ ਵਿੱਚ ਪਾ ਦਿੱਤਾ ਜਾਵੇ, ਸਾਧ ਸੰਗਤ ਬਹੁਤ ਜੀਵ ਦੁਖਦਾਇਕ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਹੀ ਇੱਕ ਅੰਨੇ ਖੂਹ ਦੀ ਤਰ੍ਹਾਂ ਹੈ। ਜਿਵੇਂ ਅੰਨੇ ਖੂਹ ਵਿੱਚ ਡਿੱਗ ਜਾਵੇ, ਉਹਦੇ ਤੋਂ ਬਾਹਰ ਨਿਕਲਣਾ ਬੜਾ ਔਖਾ ਹੁੰਦਾ ਹੈ। ਹਜ਼ੂਰ ਕਹਿੰਦੇ ਹਨ, ਕੇਵਲ ਉਹਨੇ ਕੁ ਦਾਇਰੇ ਦੇ ਵਿੱਚ ਰਹਿੰਦਾ ਹੈ, ਉਹਦੇ ਤੋਂ ਵੱਧ ਕੇ ਉਹ ਜੀਵ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਇਹਦੇ ਨਾਲੋਂ ਵੱਡਾ ਵੀ ਕੋਈ ਸੰਸਾਰ ਦੇ ਵਿੱਚ ਹੈ, ਇਹਦੇ ਨਾਲ ਵੱਡੇ ਵੀ ਕੋਈ ਸੰਸਾਰ ਦੇ ਸਮੁੰਦਰ ਸਾਗਰ ਹੈ। ਅਗਿਆਨਤਾ ਦੇ ਕਾਰਨ ਉਹਨੇ ਕੁ ਦਾਇਰੇ ਵਿੱਚ ਰਹਿੰਦਾ, ਜਿਸ ਕਰਕੇ ਸੰਸਾਰ ਦੇ ਵਿਸ਼ਿਆਂ ਰੂਪੀ ਅੰਨੇ ਖੂਹ ਵਿੱਚ ਹਰ ਸਮੇਂ ਡਿੱਗਾ ਰਹਿੰਦਾ ਹੈ। ਦਰਸ ਪਿਆਸ ਮੇਰਾ ਮਨ ਮੋਹਿਓ। ਹਜ਼ੂਰ ਕਹਿੰਦੇ ਹਨ ਕਿ ਉਹ ਗੁਰਮੁਖ ਪਿਆਰੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋਦੜੀਆਂ ਕਰਦੇ ਨੇ, ਉਹਨਾਂ ਗੁਰਮੁਖ ਪਿਆਰਿਆਂ ਦਾ ਜਿਹੜਾ ਮਨ ਹੈ ਨਾ, ਪਰਮੇਸ਼ਰ ਦੇ ਚਰਨਾਂ ਵਿੱਚ ਮੋਹਿਆ ਗਿਆ ਹੈ। ਕਿਵੇਂ? ਉਹ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸਾ ਰੱਖ ਕਰਕੇ, ਜਿਵੇਂ ਬਬੀਹਾ ਬਾਰ-ਬਾਰ ਪੀਊ ਪੀਊ ਕਰਕੇ ਆਕਾਸ਼ ਦੇ ਵਿੱਚ ਮੁਖ ਅੱਡ ਕੇ ਹਰ ਸਮੇਂ ਪੁਕਾਰਦਾ ਰਹਿੰਦਾ ਹੈ, ਮੈਨੂੰ ਸਵਾਂਤੀ ਬੂੰਦ ਦੀ ਪ੍ਰਾਪਤੀ ਹੋ ਜਾਵੇ। ਸਵਾਂਤੀ ਬੂੰਦ ਨੂੰ ਪਾਉਣ ਵਾਸਤੇ ਹਰ ਸਮੇਂ ਪੁਕਾਰਾ ਕਰਦਾ ਹੈ। ਇਵੇਂ ਹੀ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਨੂੰ ਲੋਚਦੇ ਰਹਿੰਦੇ ਹਨ, ਜਿਸ ਕਰਕੇ ਹਰ ਸਮੇਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਮੋਹੇ ਰਹਿੰਦੇ ਹਨ। ਕਾਟੀ ਨਰਕ ਤੇ ਧੂਹ। ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੋਣੇ ਕਰਕੇ ਹਜ਼ੂਰ ਕਹਿੰਦੇ ਪਰਮਾਤਮਾ ਨੇ ਪ੍ਰਤੱਖ ਜਿਹੜਾ ਵਿਸ਼ਿਆਂ ਵਿਕਾਰਾਂ ਰੂਪੀ ਨਰਕਾਂ ਦੀ ਤਰ੍ਹਾਂ ਜੀਵਨ ਸੀ ਨਾ, ਪਰਮੇਸ਼ਰ ਨੇ ਖਿੱਚ ਕਰਕੇ ਸਾਨੂੰ ਕੱਢ ਲਿਆ।
ਭਾਵ ਸਾਡੀ ਬਿਰਤੀ ਨੂੰ ਬਾਂਹ ਫੜ ਕੇ ਇਹਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਸੰਤ ਪ੍ਰਸਾਦ ਮਿਲਿਓ ਸੁਖ ਦਾਤਾ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਬਖਸ਼ਿਸ਼ ਨਾਲ, ਉਹਨਾਂ ਦੀ ਸੰਗਤ ਕਰਕੇ ਸੁੱਖਾਂ ਦਾ ਦਾਤਾ ਜਿਨ੍ਹਾਂ ਨੂੰ ਮਿਲਿਆ ਹੈ। ਬਿਨਸੀ ਹੋ ਮੈਂ ਬੂਹਾ। ਉਸ ਵਾਹਿਗੁਰੂ ਦੇ ਮਿਲਣੇ ਕਰਕੇ ਸੰਸਾਰ ਦੀ ਹੰਗਤਾ ਮਮਤਾ ਸਾਰੀ ਨਾਸ ਹੋ ਗਈ ਹੈ। ਬਿਨਸੀ ਹਉਮੈ ਹੂਹ। ਹੂਹ ਕਹਿੰਦੇ ਨੇ ਹੁੰਗਾਰੇ ਮਾਰਨ ਨੂੰ। ਜਿਵੇਂ ਕੋਈ ਬੰਦਾ ਹੰਕਾਰੀ ਹੋਵੇ ਨਾ ਤੇ ਦੂਜਿਆਂ ਨੂੰ ਦੇਖ ਕੇ ਬੜੇ ਫੁੰਕਾਰੇ ਮਾਰਦਾ ਹੈ ਕਿ ਮੇਰੇ ਵਰਗਾ ਤੇ ਸੰਸਾਰ ਵਿੱਚ ਕੋਈ ਹੈ ਹੀ ਨਹੀਂ ਹੈ, ਮੇਰੇ ਵਰਗਾ ਕੋਈ ਬਲਵਾਨ ਦੁਨੀਆ ਤੇ ਨਹੀਂ ਹੈ, ਮੇਰੇ ਵਰਗਾ ਕੋਈ ਬਹੁਤੇ ਪੈਸੇ ਵਾਲਾ ਸੰਸਾਰ ਵਿੱਚ ਨਹੀਂ ਹੈ। ਜਿੱਦਾਂ ਦੇ ਧਨ ਪਦਾਰਥ ਮੈਂ ਖਾਂਦਾ ਤੇ ਪਹਿਨਦਾ, ਉੱਦਾਂ ਦੇ ਤੇ ਕੋਈ ਖਾਂਦਾ ਪਹਿਨਦਾ ਹੀ ਨਹੀਂ। ਇਹ ਹੰਕਾਰ ਦੇ ਵਿੱਚ ਬੜੇ ਬੜੇ ਫੁੰਕਾਰੇ ਮਾਰਦਾ, ਉਹਨੂੰ ਹੂਹ ਆਖਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੀ ਜਿਹੜੀ ਹੰਕਾਰ ਦੀ ਹੂਹ ਹੈ ਨਾ, ਸਾਰੀ ਨਾਸ ਹੋ ਜਾਣਾ ਕੀਤੀ ਹੈ, ਜਿਸ ਕਰਕੇ ਸੁਖਾਂ ਦੇ ਦਾਤੇ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲੇ ਹਾਂ। ਰਾਮ ਰਾਤੇ ਦਾਸ ਨਾਨਕਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗੇ ਗਏ ਹਨ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਹਰ ਸਮੇਂ ਮਸਤ ਹੋ ਜਾਣਾ ਕੀਤਾ ਹੈ। ਬੋਲਿਓ ਮਨ ਤਨ ਜੂਹਾ। ਪਰਮਾਤਮਾ ਦੇ ਜੂਹ ਦੀਦਾਰ ਕਰਕੇ ਉਹਨਾਂ ਦਾ ਤਨ ਤੇ ਮਨ ਪ੍ਰਫੁੱਲਿਤ ਹੋ ਗਿਆ ਹੈ। ਭਾਵ ਉਹਨਾਂ ਦਾ ਮਨ ਵੀ ਹਰ ਸਮੇਂ ਕਮਲ ਦੀ ਤਰ੍ਹਾਂ ਖਿੜਾਓ ਵਿੱਚ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਬੰਦਗੀ ਕਰਨ ਵਾਲੇ ਭਗਤ ਜਨਾਂ ਦੇ ਹਿਰਦੇ ਵੀ ਸਦਾ ਕਮਲ ਦੀ ਤਰ੍ਹਾਂ ਖਿੜਾਓ ਰਹਿੰਦਾ ਹੈ। ਜੀਵਨ ਦੇ ਵਿੱਚ ਦੁੱਖ ਆ ਜਾਵੇ, ਸੁੱਖ ਆ ਜਾਵੇ, ਖੁਸ਼ੀ ਗਮੀ ਸਮਾਨ ਹੋ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ। ਐਸਾ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਹਨ। ਸਾਰਗ ਮਹੱਲਾ ਪੰਜਵਾ। ਬਿਨਸੇ ਕਾਜ ਕੇ ਵਿਵਹਾਰ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਜਿਹੜੇ ਗੁਰਮਤਿ ਦੇ ਆਸ਼ੇ ਤੋਂ ਉਲਟੇ ਸੰਸਾਰ ਦੇ ਕਰਮ ਕਰਨੇ ਹੈ ਨਾ, ਮਨ ਮੱਤਾਂ ਕਰਨੀਆਂ ਨੇ, ਉਹ ਕੱਚ ਦੀ ਤਰ੍ਹਾਂ ਹਨ, ਕੱਚੇ ਹੈ, ਕਦੇ ਵੀ ਸਦੀਵ ਕਾਲ ਵਾਸਤੇ ਰਹਿਣ ਵਾਲੇ ਨਹੀਂ ਹੈ। ਕਦੇ ਉਹਨਾਂ ਦਾ ਲਾਹਾ, ਉਹਨਾਂ ਦਾ ਫਲ ਵੀ ਸਦੀਵ ਕਾਲ ਵਾਸਤੇ ਨਹੀਂ ਮਿਲਣ ਵਾਲਾ। ਜਿਹੜੇ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦੇ ਕੱਚੇ ਹਨ, ਕਰਮ ਕਾਂਡਾਂ ਰੂਪੀ ਕੱਚ ਦੀ ਤਰ੍ਹਾਂ ਜਿਹੜੇ ਕੱਚੇ ਸੰਸਾਰ ਦੇ ਕਰਮ ਕਰਨੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਸੰਸਾਰ ਦੇ ਜਿਹੜੇ ਜੀਵ ਬਿਨਸੇ ਕਾਜ ਕੇ ਵਿਵਹਾਰ, ਉਹ ਵੀ ਬਿਨਸ ਜਾਣ ਵਾਲੇ, ਨਾਸਮੰਤ ਹੋ ਜਾਣ ਵਾਲੇ ਹਨ। ਨਾਮ ਭਜ ਮਿਲ ਸਾਧ ਸੰਗਤ। ਇਸ ਲਈ ਹੀ ਪ੍ਰਾਣਾ ਤਾਰੇ ਜੀਵ ਸਾਧ ਸੰਗਤ ਵਿੱਚ ਮਿਲ ਕੇ ਰਮੇ ਹੋਏ ਪਰਮਾਤਮਾ ਦਾ ਭਜਨ ਕਰਿਆ ਕਰ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਬੰਦਗੀ ਸਦੀਵ ਕਾਲ ਵਾਸਤੇ ਅਟਲ ਰਹਿਣ ਵਾਲਾ ਹੈ, ਸਦੀਵ ਕਾਲ ਵਾਸਤੇ ਤੇਰੇ ਨਾਲ ਨਿਭਣ ਵਾਲਾ ਹੈ। ਜਿਸ ਪਰਮਾਤਮਾ ਦੇ ਭਜਨ ਨੇ ਮਾਤਾ ਦੇ ਗਰਭ ਦੇ ਵਿੱਚ ਵੀ ਤੇਰਾ ਸਖਾ ਬਣਨਾ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹੀ ਦਾ ਅਸੀਂ ਬਚਨ ਪੜ੍ਹਦੇ ਹਾਂ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੇ। ਇਹ ਤਾਰਨ ਹਾਰੇ ਪਰਮ ਪਿਤਾ ਪਰਮਾਤਮਾ, ਜਿਵੇਂ ਮਾਤਾ ਦੇ ਗਰਭ ਦੇ ਵਿੱਚ ਵੀ ਆਪਣੇ ਸਿਮਰਨ ਦੀ ਦਾਤ ਦੇ ਕਰਕੇ ਸਾਨੂੰ ਨਿਵਾਜਿਆ ਸੀ, ਜਠਰਾ ਅਗਨੀ ਤੋਂ ਪਰਮਾਤਮਾ ਸਾਡੇ ਕੋਮਲ ਸਰੀਰ ਨੂੰ ਬਚਾ ਕਰਕੇ ਰੱਖਿਆ ਹੈ। ਇਹ ਮਹਾਰਾਜ ਹੁਣ ਵੀ ਸਾਨੂੰ ਭਾਵ ਸਾਗਰ ਦੇ ਵਿੱਚ ਡੁੱਬਣ ਤੋਂ ਬਚਾਉਣਾ ਕਰ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਸਾਧ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਦਾ ਭਜਨ ਕਰਿਆ ਕਰ। ਜਗ ਮਹਿ ਸਾਰਾ। ਜਗਤ ਦੇ ਵਿੱਚ ਇਹੋ ਹੀ ਸ਼੍ਰੋਮਣੀ ਸਾਰ ਸ੍ਰੇਸ਼ਟ ਕਰਮ ਹਨ। ਇਹਦੇ ਸਮਾਨ ਕੋਈ ਉੱਤਮ ਕਰਮ ਸੰਸਾਰ ਵਿੱਚ ਨਹੀਂ ਹੋ ਸਕਦਾ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਸੰਸਾਰ ਦੇ ਐਸ ਲੋਕ ਤੇ ਊਤ ਪਰਲੋਕ ਦੇ ਵਿੱਚ ਕਦੇ ਵੀ ਡਾਵਾਂ ਡੋਲ ਨਹੀਂ ਹੋਣਾ ਕਰਦੇ। ਉਹ ਗੁਰਮੁਖ ਪਿਆਰੇ ਜੋ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ, ਨਾਮ ਹਿਰਦੈ ਧਾਰ।
ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਗੁਰ ਚਰਨ ਬੋਹਿਤ ਮਿਲਿਓ ਭਾਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਜਿਹੜੇ ਨਾਮ ਰੂਪੀ ਚਰਨ ਕਮਲ ਆ ਨਾ, ਇਹ ਬੋਹਿਤ ਬੇੜੇ ਦੀ ਤਰ੍ਹਾਂ, ਜਹਾਜ਼ ਦੀ ਤਰ੍ਹਾਂ ਹਨ। ਪਰ ਕਿਹਨਾਂ ਨੂੰ ਪ੍ਰਾਪਤ ਹੁੰਦਾ? ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਉਤਰਿਓ ਸੰਸਾਰ। ਉਹ ਵੱਡਿਆਂ ਭਾਗਾਂ ਵਾਲੇ ਜੀਵ ਭਵ ਸਾਗਰ ਤੋਂ ਪਾਰ ਉਤਰੇ ਹਨ। ਭਾਵ ਐ ਸੰਸਾਰ ਰੂਪੀ ਕਿਨਾਰੇ ਤੋਂ ਮੁਕਤੀ ਰੂਪ ਕਿਨਾਰੇ ਤੇ ਸੰਸਾਰ ਸਾਗਰ ਤੋਂ ਪਾਰ ਹੋ ਗਏ ਹਨ। ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੇ ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲਾਂ ਦੇ, ਵਾਹਿਗੁਰੂ ਦੇ ਬੇੜੇ ਵਿੱਚ ਅਸਵਾਰ ਹੋਣਾ ਕੀਤਾ। ਜਲ ਥਲ ਮਹੀਲ ਪੂਰ ਰਹਿਓ। ਉਹ ਪਰਮਾਤਮਾ ਜਲਾਂ ਵਿੱਚ, ਥਾਲਾਂ ਵਿੱਚ, ਮਹੀ ਧਰਤੀ ਤੇ ਅਲ ਆਕਾਸ਼ ਸਭ ਥਾਵਾਂ ਤੇ ਪਰਿਪੂਰਵਕ ਹੋ ਰਿਹਾ ਹੈ। ਭਾਵ ਸਭ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਸਰਬਨਾਥ ਅਪਾਰ। ਅਤੇ ਐਸਾ ਅਪਾਰ ਪਰਮੇਸ਼ਰ ਦਾ ਸਰੂਪ ਹੈ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਸ ਵਾਹਿਗੁਰੂ ਦੇ ਸਰੂਪ ਦਾ ਉਰਾਰ ਪਾਰ ਦਾ ਕਦੇ ਅੰਤ ਨਹੀਂ ਪੈਂਦਾ। ਹਰ ਨਾਮ ਅੰਮ੍ਰਿਤ ਪੀਓ ਨਾਨਕ। ਸਮਾਪਤੀ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਪ੍ਰਾਣਾ ਤਾਰੇ ਜੀਵ, ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਆਤਮਿਕ ਜੀਵਨ ਦਾਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰ। ਆਨ ਰਸ ਸਭ ਛਾਖਾਰ। ਕਿਉਂਕਿ ਵਾਹਿਗੁਰੂ ਦੇ ਪਰਮ ਰਸ ਤੋਂ ਬਿਨਾਂ ਹੋਰ ਜਿੰਨੇ ਵੀ ਦੁਨੀਆ ਦੇ ਰਸ ਹਨ ਸਾਰੇ ਖਾਰ, ਨਾਸਵੰਤ ਹੈ। ਸਾਰੇ ਖਾਰੇ ਪਾਣੀ ਦੀ ਤਰ੍ਹਾਂ ਜਾਣਨਾ ਕਰ। ਖਾਰ ਖੈ ਹੋ ਜਾਣ ਵਾਲੇ ਹਨ, ਸਦੀਵ ਕਾਲ ਵਾਸਤੇ ਰਹਿਣ ਵਾਲੇ ਨਹੀਂ। ਇਸ ਲਈ ਵਾਹਿਗੁਰੂ ਦਾ ਪਰਮ ਰਸ ਹੈ, ਉਸ ਨੂੰ ਚਖਣਾ ਕਰ। ਪਰਮੇਸ਼ਰ ਦਾ ਭਜਨ ਬੰਦਗੀ ਕਰਨਾ ਹੀ ਸ੍ਰੇਸ਼ਟ ਕਰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਤੇ ਜ਼ਰੂਰੀ ਬੇਨਤੀ ਹੈ ਸਾਧ ਸੰਗਤ, ਬਾਹਰ ਦਰਵਾਜ਼ੇ ਤੋਂ ਬਾਰ-ਬਾਰ ਲਿਖ ਕੇ ਵੀ ਲਾਇਆ ਗਿਆ ਹੈ ਕਿ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਉਣਾ, ਫੋਨ ਆਪਣੇ ਬੰਦ ਕਰਕੇ ਆਉਣਾ ਚਾਹੀਦਾ। ਗੱਲਾਂ ਬਾਤਾਂ ਸੰਕੋਚਣੀਆਂ ਚਾਹੀਦੀਆਂ। ਤੇ ਸਾਧ ਸੰਗਤ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ, ਕਿਸੇ ਦੁਨੀਆ ਦੇ ਕਿਸੇ ਲੀਡਰ ਦੇ ਕੋਲ ਜਾਣਾ ਹੋਵੇ ਨਾ, ਕਿਸੇ ਆਫਿਸ ਵਿੱਚ, ਤੇ ਬੜਾ ਅਸੀਂ ਧਿਆਨ ਦਿੰਦੇ ਹਾਂ ਕਿ ਉੱਥੋਂ ਦੇ ਜਿਹੜੇ ਕੋਈ ਵਰਕਰ ਆ ਜਾਂ ਪਹਿਰੇਦਾਰ ਆ, ਗੇਟ ਕੀਪਰ ਆ, ਸਾਨੂੰ ਤਾੜਨਾ ਕਰ ਦੇਣਗੇ, ਸਾਡੀ ਬੇਇੱਜ਼ਤੀ ਹੋਵੇਗੀ, ਸਾਡੀ ਇਹਦੇ ਵਿੱਚ ਹੇਠੀ ਹੋਵੇਗੀ, ਜਾਂ ਸਾਡਾ ਕੋਈ ਕਾਰਜ ਨਾ ਪੂਰਾ ਕਰਨਗੇ ਕਿ ਇਹਨਾਂ ਨੂੰ ਬਹਿਣ ਖਲੋਣ ਦਾ ਪਤਾ ਨਹੀਂ ਹੈ। ਕਿੱਦਾਂ ਕਿਸੇ ਦੇ ਆਫਿਸ ਵਿੱਚ, ਕਿਸੇ ਦੇ ਦਫ਼ਤਰ ਵਿੱਚ ਆਇਆ ਜਾਂਦਾ ਹੈ। ਪਰ ਸਾਧ ਸੰਗਤ, ਦੁਨੀਆ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨਾਲੋਂ ਕੋਈ ਵੱਧ ਕੇ ਦੁਨੀਆ ਦਾ ਕੋਈ ਅਫਸਰ ਨਹੀਂ ਹੋ ਸਕਦਾ, ਤੇ ਇਹਨਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ ਕੇ ਇਸੇ ਤਰ੍ਹਾਂ ਆ ਕੇ ਆਪਾਂ ਦਰਬਾਰ ਦੇ ਵਿੱਚ ਵੀ ਗੱਲਾਂ ਕਰਦੇ ਰਹਿੰਦੇ ਹਾਂ, ਫੋਨ 'ਤੇ ਵੀ ਗੱਲਾਂ ਕਰਦੇ ਹਾਂ, ਤੇ ਇਹ ਬਹੁਤ ਸਾਡੇ ਵਾਸਤੇ ਮਾੜੀ ਗੱਲ ਹੈ। ਇੱਦਾਂ ਚਾਹੀਦਾ ਨਹੀਂ ਹੈ, ਬੜੀ ਅਜੋਬ ਗੱਲ ਹੈ। ਖਿਆਲ ਰੱਖਣਾ ਚਾਹੀਦਾ ਸਾਧ ਸੰਗਤ, ਕਿਉਂਕਿ ਇੱਕ ਤਾਂ ਜਿਹੜਾ ਬੋਲਣ ਵਾਲਾ ਬੁਲਾਰਾ ਹੁੰਦਾ ਨਾ, ਉਹਦੀ ਬਿਰਤੀ ਉਖੜਦੀ ਹੈ, ਤੇ ਸੁਣਨ ਵਾਲੇ ਸਰੋਤਿਆਂ ਦਾ ਧਿਆਨ ਵੀ ਉੱਧਰ ਜਾਂਦਾ ਹੈ ਜੇਕਰ ਕੋਈ ਗੱਲਾਂ ਬਾਤਾਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਭ ਨੂੰ ਸਮਤ ਬਖਸ਼ਿਸ਼ ਕਰਨ। ਸਾਨੂੰ ਸਭ ਨੂੰ ਖਿਆਲ ਰੱਖਣਾ ਚਾਹੀਦਾ ਹੈ, ਜਿੰਨਾ ਵੀ ਸਮਾਂ ਗੁਰੂ ਚਰਨਾਂ ਵਿੱਚ ਬੈਠਣ ਨੂੰ ਪ੍ਰਾਪਤ ਹੋਵੇ, ਗੱਲਾਂ ਬਾਤਾਂ ਤੋਂ ਸੰਕੋਚ ਕਰਕੇ ਰਹਿਣਾ ਚਾਹੀਦਾ ਹੈ। ਜੇ ਜ਼ਰੂਰੀ ਵੀ ਹੈ ਤੇ ਬਾਹਰ ਜਾ ਕੇ ਗੱਲ ਵੀ ਕੀਤੀ ਜਾ ਸਕਦੀ ਹੈ। ਬੇਨਤੀ ਪ੍ਰਵਾਨ ਕਰਨੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲ। ਜਲ ਥਲ ਮਹੀਲ ਪੂਰ ਰਹਿਓ।